स्वागत। ज़मीन व आसमां की कुव्वतों को नापने वाले, बता कभी देखा भी है तूने खुद अपने अंदर झाँक के? ਇਹ ਸਵਾਲ ਸ਼ਾਇਰੀ ਦੇ ਵਿੱਚ ਫਿਲਾਸਫਰਸ, ਥਿੰਕਰਸ, ਵੱਡੇ ਵੱਡੇ ਦਾਨਿਸ਼ਵਰ ਅਕਸਰ ਸਾਨੂੰ ਚੋਬ ਲਾਉਂਦੇ ਰਹਿੰਦੇ ਆ ਕਿ ਅਸੀਂ ਕਿਸ ਪਾਸੇ ਜਾ ਰਹੇ ਹਾਂ, ਕੀ ਕਰ ਰਹੇ ਹਾਂ। ਪਰ ਇਨਸਾਨ ਆਪਣੇ ਆਪ ਨੂੰ ਸੁਖਮਈ ਬਣਾਉਣ ਦੇ ਲਈ ਬੜੇ ਤਰੀਕੇ ਲੱਭਦਾ ਹੈ, ਬੜੀ ਖੋਜ ਕਰਦਾ ਹੈ ਔਰ ਆਪਣੇ ਆਪ ਨੂੰ ਚਾਹੁੰਦਾ ਹੈ ਕਿ ਬਸ ਮੈਂ ਸੋਚਾਂ ਤੇ ਕੰਮ ਹੋ ਜਾਵੇ। ਅੱਜ ਜਿਸ ਵਿਸ਼ੇ 'ਤੇ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਪਿਆਰੇ ਦਰਸ਼ਕੋ, ਉਹ ਵਿਸ਼ਾ ਬੇहद ਖਾਸ ਹੈ, ਸਾਡੀ ਜ਼ਿੰਦਗੀ ਦੇ ਨਾਲ ਬਹੁਤ ਗਹਿਰੇ ਧੁਰੰਦਰ ਤੱਕ ਜੁੜਿਆ ਹੋਇਆ ਹੈ ਔਰ ਇਸ ਢੰਗ ਨਾਲ ਜੁੜਿਆ ਹੋਇਆ ਕਿ ਸ਼ਾਇਦ ਸਾਡੇ ਵਿੱਚੋਂ ਬਹੁਤਿਆਂ ਨੂੰ ਇਹ ਅਹਿਸਾਸ ਹੀ ਨਹੀਂ ਹੈ ਕਿ ਇਹ ਸਾਡੇ ਨਾਲ ਜੁੜਿਆ ਹੋਇਆ। ਅੱਜ ਅਸੀਂ ਵਿਸ਼ੇ 'ਤੇ ਜਿਸ 'ਤੇ ਗੱਲ ਕਰਨ ਜਾ ਰਹੇ ਹਾਂ ਉਹ ਵਿਸ਼ਾ ਹੈ ਆਰਟੀਫਿਸ਼ੀਅਲ ਇੰਟੈਲੀਜੈਂਸ, AI, ਯਾਨੀ ਕ੍ਰਿਤਰਿਮ ਆਭਾਸੀ ਦੁਨੀਆ ਦੇ ਵਿੱਚ ਕਿਸ ਤਰੀਕੇ ਦੇ ਨਾਲ ਉਹ ਸਾਡੇ ਨਾਲ ਜੁੜੀ ਹੈ ਅਤੇ ਅਸੀਂ ਉਹਦੇ ਨਾਲ ਜੁੜੇ ਹੋਏ ਹਾਂ। ਔਰ ਇਸ ਡੂੰਘੇ ਵਿਸ਼ੇ ਦੇ ਉੱਤੇ ਡੂੰਘੀ ਸਾਂਝ ਪਾਉਣ ਵਾਸਤੇ ਸਾਡੇ ਨਾਲ ਜਿਸ ਸ਼ਖਸੀਅਤ ਨੂੰ ਅਸੀਂ ਸੱਦਾ ਦਿੱਤਾ ਹੈ ਸਾਡੇ ਸਟੂਡੀਓ ਦੇ ਵਿੱਚ, ਆਓ ਹੁਣ ਅਸੀਂ ਤੁਹਾਡੇ ਨਾਲ ਉਹਨਾਂ ਦੀ ਮੁਲਾਕਾਤ ਕਰਵਾਉਂਦੇ ਹਾਂ ਜਿਨ੍ਹਾਂ ਨੇ 50 ਤੋਂ ਵੱਧ ਕਿਤਾਬਾਂ ਲਿਖੀਆਂ ਨੇ, 27 ਸਾਲ ਤੋਂ ਵੱਧ ਦਾ ਇਹਨਾਂ ਦਾ ਪੜ੍ਹਾਉਣ ਦਾ ਔਰ ਖ਼ਾਸ ਤੌਰ 'ਤੇ ਕੰਪਿਊਟਰ ਔਰ ਇੰਜੀਨੀਅਰਿੰਗ ਨੂੰ ਪੜ੍ਹਾਉਣ ਦਾ ਤਜਰਬਾ ਹੈ। ਹੈੱਡ ਆਫ ਦਾ ਡਿਪਾਰਟਮੈਂਟ ਨੇ ਗਵਰਨਮੈਂਟ ਪੋਲੀਟੈਕਨੀਕਲ ਕਾਲਜ ਦੇ ਵਿੱਚ। ਆਓ ਮੁਲਾਕਾਤ ਕਰਦੇ ਹਾਂ ਡਾਕਟਰ ਵਿਪਿਨ ਅਰੋੜਾ ਜੀ ਦੇ ਨਾਲ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਥੈਂਕ ਯੂ ਵੈਰੀ ਮਚ ਪ੍ਰੋਗਰਾਮ ਦੇ ਵਿੱਚ। ਔਰ ਅੱਜ ਜਿੱਦਾਂ ਕਿ ਮੈਂ ਦਰਸ਼ਕਾਂ ਦੇ ਨਾਲ ਵੀ ਸਾਂਝ ਪਾਈ ਹੈ ਵੀ ਅਸੀਂ ਆਪਣੇ ਅੰਦਰ ਵੀ ਝਾਤੀ ਮਾਰਨੀ ਹੈ ਵੀ ਸਾਡੇ ਆਲੇ ਦੁਆਲੇ ਕੀ ਕੁਝ ਹੋ ਰਿਹਾ ਔਰ ਜੋ ਹੋ ਰਿਹਾ ਹੈ ਉਹ ਤਾਂ ਬੇਅੰਤ ਹੈ। ਇੱਕ ਤਾਂ ਕੁਦਰਤ ਬੇਮਿਸਾਲ ਹੈ, ਉਸ ਤੋਂ ਬਾਅਦ ਇਨਸਾਨ ਵੀ ਬੇਮਿਸਾਲ ਹੈ ਜਿਹਨੇ ਆਰਟੀਫਿਸ਼ੀਅਲ ਇੰਟੈਲੀਜੈਂਸ ਘੜ ਲਈ ਹੈ। ਹੁਣ ਇਹ ਆਰਟੀਫਿਸ਼ੀਅਲ ਇੰਟੈਲੀਜੈਂਸ ਬਤੌਰ, ਕਿਉਂਕਿ ਤੁਸੀਂ ਮਾਹਿਰ ਹੋ, ਤੁਹਾਡੀ ਨਜ਼ਰ ਦੇ ਵਿੱਚ ਅਸੀਂ ਇਹਨੂੰ ਕਿੱਦਾਂ ਦੇਖਦੇ ਹਾਂ, ਇੱਕ ਆਮ ਬੰਦਾ ਇਹਨੂੰ ਕਿੱਦਾਂ ਦੇਖਦਾ ਹੈ, ਜ਼ਰਾ ਪਲੀਜ਼ ਪਹਿਲੇ ਅਸੀਂ ਇੱਥੋਂ ਸ਼ੁਰੂ ਕਰਦੇ ਹਾਂ। ਸਰ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਮੈਂ ਗੱਲ ਕਰਾਂ ਜੀ ਤਾਂ ਸਭ ਤੋਂ ਪਹਿਲਾਂ ਅਸੀਂ ਗੱਲ ਕਰੀਏ ਇੰਟੈਲੀਜੈਂਸ ਦੀ। ਹਿਊਮਨ ਬੀਇੰਗ ਅਸੀਂ ਆਮ ਇਨਸਾਨ, ਸਾਡੇ 'ਚ ਇੰਟੈਲੀਜੈਂਸ ਹੈ। ਹਰ ਇਨਸਾਨ 'ਚ ਕਿਸੇ ਨਾ ਕਿਸੇ ਫਾਰਮ ਦੇ ਵਿੱਚ ਇੰਟੈਲੀਜੈਂਸ ਹੈ ਔਰ ਉਹ ਇੰਟੈਲੀਜੈਂਸ ਕਿਸ ਸੈਂਸ 'ਚ ਹੈ, ਅਸੀਂ ਫੀਲ ਵੀ ਕਰਦੇ ਹਾਂ, ਅਸੀਂ ਆਪਣੀ ਜ਼ਿੰਦਗੀ ਦੇ ਡਿਸੀਜ਼ਨ ਵੀ ਲੈਂਦੇ ਹਾਂ, ਅਸੀਂ ਨਿਰੰਤਰ ਕੋਈ ਨਾ ਕੋਈ ਜ਼ਿੰਦਗੀ ਦੇ ਵਿੱਚ ਕੰਮ ਕਰਦੇ ਰਹਿੰਦੇ ਜੀ। ਅਗਰ ਉਹ ਸਾਰੀ ਚੀਜ਼ ਇੱਕ ਮਸ਼ੀਨ ਨੂੰ, ਅਗਰ ਉਹ ਸਾਰਾ ਕੁਝ ਅਸੀਂ ਕੰਪਿਊਟਰ ਨੂੰ ਟ੍ਰਾਂਸਫਰ ਕਰ ਦਈਏ, ਆਪਣੇ ਦਿਮਾਗ ਤੋਂ ਕੰਪਿਊਟਰ ਨੂੰ ਟ੍ਰਾਂਸਫਰ ਕਰ ਦਈਏ, ਉਹ ਇੰਟੈਲੀਜੈਂਸ ਆਰਟੀਫਿਸ਼ੀਅਲ ਬਣ ਗਈ। ਅੱਜ ਕੱਲ੍ਹ ਕਾਫੀ ਆਉਂਦਾ ਹੈ ਆਰਟੀਫਿਸ਼ੀਅਲ ਇੰਟੈਲੀਜੈਂਸ। ਉਹ ਇੰਟੈਲੀਜੈਂਸ ਹੈ ਹਿਊਮਨ ਬੀਇੰਗ ਦੀ, ਲੇਕਿਨ ਉਹ ਹਿਊਮਨ ਬੀਇੰਗ ਨੇ ਥਰੂ ਕੋਡਿੰਗ, ਥਰੂ ਪ੍ਰੋਗਰਾਮਿੰਗ ਕੰਪਿਊਟਰ ਨੂੰ ਟ੍ਰਾਂਸਫਰ ਕੀਤੀ ਹੈ। ਉਹਦਾ ਮੇਨ ਜਿਹੜਾ ਮੋਟਿਵ ਇਹ ਹੁੰਦਾ ਹੈ ਕਿਉਂਕਿ ਜਿਹੜਾ ਕੰਪਿਊਟਰ ਹੈ ਨਾ ਉਹ ਥੱਕਦਾ ਨਹੀਂ ਹੈ ਜੀ, ਕਿਸੇ ਕਾਈਂਡ ਦੇ ਵੀ ਡਿਸੀਜ਼ਨਸ ਲੈ ਜਾਂਦਾ ਹੈ ਔਰ ਅਗਰ ਉਹਨੂੰ ਡਿਸੀਜ਼ਨ ਮੇਕਿੰਗ ਕੈਪੇਬਿਲਿਟੀ ਅਸੀਂ ਦੇਤੀ ਤੇ ਪ੍ਰੋਬਲਮ ਸੋਲਵਿੰਗ ਕੈਪੇਬਿਲਿਟੀ ਦੇਤੀ, ਅਸੀਂ ਤਾਂ ਥੱਕਦੇ ਵੀ ਹਾਂ, ਸੋਨੇ ਵੀ हैं, ਕਿਸੇ ਟਾਈਮ लगातार ਕੰਮ ਕਰਦੇ ਕਰਦੇ ਸੋਚਦੇ हैं ਵੀ ਟਾਇਰਡਨੈਸ ਹੋ ਗਈ ਹੈ, ਲੇਕਿਨ ਮਸ਼ੀਨ ਨਹੀਂ ਥੱਕੇਗੀ। ਬਿਲਕੁਲ, ਮਸ਼ੀਨ 24/7 ਚੱਲੇਗੀ ਔਰ ਜਦੋਂ ਮਸ਼ੀਨ 24/7 ਚੱਲੇਗੀ ਤਾਂ ਉਹ ਇੱਕ ਐਕੂਰੇਟ ਵੀ ਬਹੁਤ ਹੋਏਗੀ। ਉਹ ਇੰਟੈਲੀਜੈਂਸ ਜਿਹੜੀ ਮੈਂ ਬਾਰ-ਬਾਰ ਜਿਹੜੀ ਟਰਮ ਤੇ ਸਟ੍ਰੈਸ ਕਰਦਾ ਹਾਂ, प्रॉब्लम सॉल्विंग एबिलिटी अगर मशीन को आ गई तो दैट मीन्स दैट मशीन इज़ आर्टिफिशियली इंटैलीजेंट। यानी किसी भी मुश्किल घड़ी दे विच अपने आप ये फैसला लेना कि हुण की करना चाहिए, इनू असीं आर्टिफिशियल इंटैलीजेंस या कृत्रिम सोझी कह सकते हैं। हाँ जी, बिल्कुल बिल्कुल बिल्कुल। देखो किसी भी मौके ते की डिसीजनस लेने हैं और वो डिसीजनस किद्दां लेने हैं और किस किस काइंड दी पॉसिबिलिटीज़ है, किस किस के डिसीजनस, क्योंकि असी हर वक्त अपने हिसाब नाल सोच सकते हैं, लेकिन सानू मशीन नू दसना पैना है दैट ए पॉसिबल डिसीजनस है जिहड़े तुसी लै सकते हो और उन्हां दे विचों कोई भी डिसीजन वो मशीन लै सकदी। हुण तक तो ये सी ना कि मशीन जिहड़ी है वो सानू दसदी है कि ठीक है समस्या ते इहदे आ हल हो सकदे आ, तुसी दसो कित्थे की लगाना है। हुण ये उस तो अगे आ गया भी हल भी आपे ही उहदा हल भी आपे दसूगी। मैं एक छोटी जी एग्जाम्पल लैना है जी। असी रोबोट अजकल लैब च काफ़ी डिवेलप कर रहे हैं, लैब दे विच तां रोबोट परफेक्ट चलदे हैं, ठीक है। मान लो उस रोबोट नू खेतां च भेज दईए या खेतां च भेजिए या किते जंगलां च भेज दईए, पहाड़ां च भेज दईए, ठीक है ठीक है।
ਹੁਣ ਜਦੋਂ ਰੋਬੋਟ ਚੱਲਦਾ ਪਿਆ ਹੈ, ਮੰਨ ਲਓ ਅੱਗੇ ਨਦੀ ਆ ਗਈ, ਨਦੀ ਆ ਗਈ, ਰੋਬੋਟ ਕੀ ਕਰੇਗਾ? ਸਾਨੂੰ ਉਸਨੂੰ ਦੱਸਣਾ ਪੈਣਾ ਵੀ ਰਸਤਾ ਉੱਬੜ ਖਾਬੜ ਵੀ ਹੋ ਸਕਦਾ ਹੈ, ਸਿਰਫ ਲੈਬ ਦਾ ਪਲੇਨ ਵਾਲਾ ਰਸਤਾ ਨਹੀਂ ਹੋਏਗਾ। ਅਗਰ ਨਦੀ ਆ ਗਈ ਤਾਂ ਤੁਸੀਂ ਅਲਟਰਨੇਟਿਵ ਰੂਟ ਫਾਈਂਡ ਕਰਨਾ ਜਿੱਥੇ ਪੁਲ ਹੋਵੇ, ਨਦੀ ਦੇ ਵਿੱਚੋਂ ਨਹੀਂ ਨਿਕਲਣਾ। ਜੀ ਠੀਕ ਹੈ। ਜੇ ਕਿਸੇ ਜਗ੍ਹਾ ਤੇ ਦੋ ਰਸਤੇ ਆ ਗਏ, ਤੁਸੀਂ ਲੈਫਟ ਮੁੜਨਾ ਹੈ, ਰਾਈਟ ਮੁੜਨਾ ਹੈ ਜਾਂ ਸਿੱਧਾ ਜਾਣਾ, ਕਿਸ ਪਾਸੇ ਜਾਣਾ ਹੈ। ਸੋ ਸਾਰੇ ਦੀ ਸਾਰੀਆਂ ਚੀਜ਼ਾਂ ਜਦੋਂ ਅਸੀਂ ਕੰਪਿਊਟਰ ਨੂੰ, ਮਸ਼ੀਨ ਨੂੰ ਦੱਸ ਦੇਵਾਂਗੇ, ਉਹਨੂੰ ਫੀਡ ਕਰ ਦੇਵਾਂਗੇ, ਤਾਂ ਉਹ ਰੋਬੋਟ ਵੀ ਆਰਟੀਫੀਸ਼ੀਅਲ ਇੰਟੈਲੀਜੈਂਟ ਹੋ ਗਿਆ, ਉਹ ਡਿਸੀਜਨ ਵੀ ਆਰਟੀਫੀਸ਼ੀਅਲ ਇੰਟੈਲੀਜੈਂਟ। ਜੀ ਜਿਵੇਂ ਕਿ ਸਾਡੀ ਸਕਰੀਨ ਤੇ ਵੀ ਰੋਬੋਟ ਦੀ ਇੱਕ ਤਸਵੀਰ ਸੀ। ਹੁਣ ਅਸੀਂ ਗੱਲ ਕਰਦੇ ਹਾਂ ਵੀ ਸਾਡੇ ਕੋਲ ਇਹ ਜਿਹੜੀ ਆਰਟੀਫੀਸ਼ੀਅਲ ਇੰਟੈਲੀਜੈਂਸ, ਜਿਹਨੂੰ ਅਸੀਂ ਕ੍ਰਿਤਰਮ ਸੋਝੀ ਦੀ ਵੀ ਗੱਲ ਕਰਦੇ ਹਾਂ, ਇਹ ਕਿੱਦਾਂ ਮਨੁੱਖੀ ਪੱਖ ਦੇ ਵੱਲ ਸਹਾਈ ਹੁੰਦੀ ਹੈ? ਇਹਦੇ ਮੈਰਿਟਸ ਕੀ ਨੇ, ਇਹਦੇ ਫਾਇਦੇ ਕੀ ਨੇ? ਪਹਿਲੇ ਆਪਾਂ ਉਹਦੇ ਵੱਲ ਆਈਏ। ਜੀ ਦੇਖੋ ਸਰ, ਫਾਇਦੇ ਤਾਂ ਬਹੁਤ ਜ਼ਿਆਦਾ ਹੈ, ਅਣਗਿਣਤ ਫਾਇਦੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ। ਮੈਂ ਇੱਕ ਬਹੁਤ ਕਾਮਨ ਜਿਹੜਾ ਆਮ ਪਬਲਿਕ ਨਾਲ ਰਿਲੇਟਡ ਚੀਜ਼ ਉਹਦੀ ਮੈਂ ਗੱਲ ਦੱਸਦਾ ਹਾਂ। ਅਗਰ ਇੰਡੀਆ 'ਚ ਡਾਕਟਰਸ ਬਹੁਤ ਘੱਟ ਹੈ, ਔਰ ਆਪਣੀ ਪੋਪੂਲੇਸ਼ਨ ਦੇ ਅਕੋਰਡਿੰਗਲੀ ਜਿੰਨੀਆਂ ਆਪਣੀ 140 ਕਰੋੜ ਪੋਪੂਲੇਸ਼ਨ ਹੈ, ਉਹਦੇ ਪ੍ਰਪੋਰਸ਼ਨੇਟ ਸਾਡੇ ਕੋਲ ਡਾਕਟਰਸ ਨਹੀਂ ਹੈ। ਅੱਛਾ। ਅਗਰ ਅਸੀਂ ਮਸ਼ੀਨਸ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਟ ਬਣਾ ਦਈਏ, ਅਸੀਂ ਇਸ ਨੂੰ ਟਰਮ ਯੂਜ਼ ਕਰਦੇ ਹਾਂ ਐਕਸਪਰਟ ਸਿਸਟਮ। ਠੀਕ ਹੈ। ਟਰਮ ਯੂਜ਼ ਕਰਦੇ ਹਾਂ ਐਕਸਪਰਟ ਸਿਸਟਮ। ਠੀਕ ਹੈ। ਅਗਰ ਉਹੀ ਐਕਸਪਰਟ ਹੈ, ਤੁਸੀਂ ਅਸੀਂ ਡਾਕਟਰ ਕੋਲ ਜਾਂਦੇ ਹਾਂ, ਅਸੀਂ ਆਪਣੇ ਸਿੰਪਟਮਸ ਦੱਸਦੇ ਹਾਂ ਵੀ ਮੈਨੂੰ ਕੱਲ ਦਾ ਬੁਖਾਰ ਹੋਇਆ ਹੈ, ਮੇਰਾ ਗਲਾ 'ਚ ਖਰਾਸ਼ ਹੈ ਜਾਂ ਮੇਰੀ ਬੋਡੀ ਪੇਨ ਹੈ, ਔਰ ਡਾਕਟਰ ਉਹ ਤੁਹਾਡੇ ਸਿੰਪਟਮਸ ਦੇਖ ਕੇ ਜਾਂ ਤਾਂ ਤੁਹਾਨੂੰ ਟੈਸਟ ਐਡਵਾਈਸ ਕਰਦਾ, ਕੋਈ ਬਲੱਡ ਟੈਸਟ ਕਰਵਾਓਗੇ, ਔਰ ਅਗਰ ਬਲੱਡ ਟੈਸਟ ਜੋ ਤੁਸੀਂ ਕਰਵਾ ਕੇ ਆਉਂਦੇ ਹੋ, ਤੁਹਾਡੀ ਰਿਪੋਰਟ ਦੇਖ ਕੇ, ਵੈਲਿਊਜ਼ ਦੇਖ ਕੇ ਤੁਹਾਨੂੰ ਕੋਈ ਵੀ ਮੈਡੀਸਨ ਜੋ ਹੈ ਉਹ ਪ੍ਰਸਕ੍ਰਾਈਬ ਕਰ ਦੇ। ਠੀਕ ਹੈ। ਅਗਰ ਇਹ ਸਾਰੀਆਂ, ਮੈਂ ਸਰਜਰੀ ਦੇ ਕੰਟੈਕਸਟ ਨਹੀਂ ਗੱਲ ਕਰ ਰਿਹਾ, ਮੈਂ ਸਿੰਪਲ OPD ਦੇ ਕੰਟੈਕਸਟ ਗੱਲ ਕਰ ਰਿਹਾ। ਅੱਛਾ ਜੀ। ਅਗਰ ਇਹ ਸਭ ਕੁਝ ਐਕਸਪਰਟ ਸਿਸਟਮ ਨੂੰ, ਮਸ਼ੀਨ ਨੂੰ ਦੱਸਦਾ ਜਾਏ, ਤੇ ਅਸੀਂ ਘਰ ਬੈਠੇ ਜਾਂ ਆਪਣੇ ਮੋਬਾਈਲ ਦੇ ਥਰੂ ਡਾਕਟਰ ਨੂੰ ਕੰਸਲਟ ਕਰ ਸਕਦੇ ਹਾਂ ਫॉर ਆਰ ਬੇਸਿਕ ਪ੍ਰੋਬਲਮਸ। ਮੈਂ ਫਿਰ ਇੱਕ ਚੀਜ਼ ਐਡ ਕਰ ਰਿਹਾ, ਬਹੁਤ ਐਡਵਾਂਸ ਜਿਹੜੀ ਪ੍ਰੋਬਲਮਸ ਹੈ ਉਹਨਾਂ ਲਈ ਨਹੀਂ ਹੈ, ਕਿਉਂਕਿ ਉਹ ਬਹੁਤ ਲੰਬੀ ਸੋਚੀ ਰਿਸਰਚ ਹੈ, ਜਿਹੜੀ ਕਿ ਆਮ ਮਤਲਬ ਛੋਟੀ ਮੋਟੀ ਬਿਮਾਰੀਆਂ ਨਾਲ ਅਸੀਂ ਕੰਪੇਅਰ ਨਹੀਂ ਕਰ ਸਕਦੇ। ਮੈਂ ਐਕਸਪਰਟ ਸਿਸਟਮ, ਉਸ ਐਕਸਪਰਟ ਸਿਸਟਮ ਦੀ ਗੱਲ ਕਰ ਰਿਹਾ ਵੀ ਜੋ ਡਾਕਟਰ ਦਾ ਵਰਕਲੋਡ ਘਟੇਗਾ। ਬਿਲਕੁਲ। ਇਹ ਤਾਂ ਤੁਸੀਂ ਬਹੁਤ ਵੱਡੇ ਪੱਧਰ ਦੀ ਗੱਲ ਕਰ ਦਿੱਤੀ। ਅਸੀਂ ਤਾਂ ਇੱਕ ਆਮ ਇਨਸਾਨ ਦੇ ਪੱਧਰ ਦੀ ਗੱਲ ਸੋਚਦੇ ਸੀਗੇ ਵੀ ਆਮ ਇਨਸਾਨ ਕੀ ਸੋਚਦਾ ਹੈ ਕਿ ਮੈਂ ਆਪਣੇ ਮੋਬਾਈਲ ਤੋਂ ਹੀ ਆਪਣੇ ਜਿਹੜਾ ਖੂਹ ਹੈ, ਜਿਹੜਾ ਖੇਤਾਂ 'ਚ ਮੋਟਰ ਲੱਗੀ ਹੈ, ਉਹਨੂੰ ਮੈਂ ਔਨ ਵੀ ਕਰ ਦਿੱਤਾ, ਆਫ ਵੀ ਕਰ ਦਿੱਤਾ। ਮੇਰੇ ਘਰ ਦੇ ਵਿੱਚ ਜਦੋਂ ਮੈਂ ਜਾਵਾਂ ਤੇ ਮੇਰੀ ਗੱਡੀ ਜਾਂਦੇ ਨਾਲ ਆਪਣੇ ਆਪ ਗੇਟ ਖੁੱਲ ਜਾਏ, ਤੇ ਉਦੋਂ ਬਾਅਦ ਮੇਰੇ ਮੋਬਾਈਲ ਨੂੰ ਪਤਾ ਹੈ ਵੀ ਹਾਂ ਵੀ ਮੈਂ ਕੋਲ ਪਹੁੰਚ ਗਿਆ ਵਾਂ, ਤੇ ਮੇਰੇ ਘਰ ਦੇ AC ਜਿਹੜੇ ਨੇ ਆਪਣੇ ਆਪ ਔਨ ਹੋ ਜਾਣ, ਤੇ ਜਦੋਂ ਮੈਂ ਜਾਵਾਂ ਤੇ ਠੰਡਾ ਮਾਹੌਲ ਮੈਨੂੰ ਮਿਲੇ। ਅਸੀਂ ਤਾਂ ਆਮ ਬੰਦਾ ਇਸੇ ਚੀਜ਼ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਸਮਝਦਾ ਹੈ। ਪਰ ਤੁਸੀਂ ਬਹੁਤ ਗਹਿਰੀ ਗੱਲ ਕਰ ਦਿੱਤੀ ਵੀ OPD ਵਾਸਤੇ ਡਾਕਟਰ ਦੇ ਤੌਰ ਤੇ ਵੀ ਉਹਨੂੰ ਯੂਜ਼ ਕੀਤਾ ਜਾ ਸਕਦਾ। ਮੈਂ ਤਾਂ ਬਿਲਕੁਲ ਜ਼ਮੀਨੀ ਹਕੀਕਤ ਜਿਹੜੀ ਉਹਦੇ ਤੇ ਗੱਲ ਕਰਾਂਗਾ ਵੀ ਸਾਡੇ ਦਰਸ਼ਕ ਉਹਦੇ ਨਾਲ ਜ਼ਿਆਦਾ ਜੁੜਦੇ ਨੇ। ਦੇਖੋ ਸਰ, ਪਤਾ ਕਿ ਜਿਹੜੇ ਤੁਸੀਂ ਆਮ ਘਰ ਦੀ ਗੱਲ ਕਰਦੇ ਹੋ ਜੀ, ਸਮਾਰਟ ਹੋਮਸ ਦੀ ਗੱਲ ਕਰਦੇ ਹੋ, ਸਮਾਰਟ ਹੋਮ ਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਵੀ ਹੈ, ਲੇਕਿਨ ਇਹਨੂੰ ਅਸੀਂ ਇੱਕ ਹੋਰ ਟਰਮੀਨੋਲੋਜੀ ਯੂਜ਼ ਕਰਦੇ, ਇੰਟਰਨੈਟ ਆਫ ਥਿੰਗਸ। ਅੱਛਾ ਜੀ। ਇਹ ਛੋਟੇ ਡਿਵਾਈਸਿਸ ਹੈ, ਇਹਨਾਂ ਡਿਵਾਈਸਿਸ ਨੂੰ ਕਨੈਕਟ ਕਰਕੇ ਅਸੀਂ ਇੱਕ ਆਪਣਾ ਛੋਟਾ ਜਿਹਾ ਨੈਟਵਰਕ ਬਣਾਉਂਦੇ। ਅੱਛਾ ਜੀ। ਲਾਈਕਵਾਈਜ਼ ਮੈਂ ਆਫਿਸ ਤੋਂ ਘਰ ਆ ਰਿਹਾ, ਠੀਕ ਹੈ, ਮੈਨੂੰ ਪਤਾ ਵੀ ਮੈਂ ਇੰਨੇ ਟਾਈਮ 'ਚ, ਕਿਉਂਕਿ ਅੱਜ ਕੱਲ੍ਹ ਸਭ ਕੁਝ GPS ਹੈਗਾ, GPS ਨੇ ਤੁਹਾਨੂੰ ਐਸਟੀਮੇਟਡ ਟਾਈਮ ਦੱਸ ਦੇਣਾ ਹੈ, ਰਸਤੇ ਦਾ ਟ੍ਰੈਫਿਕ ਦੱਸ ਦੇਣਾ ਹੈ। ਜੀ। ਤਾਂ ਤੁਸੀਂ ਉਸ ਦੇ ਅਕੋਰਡਿੰਗਲੀ ਆਪਣਾ ਅਗਰ ਮਤਲਬ ਗੀਜ਼ਰ ਔਨ ਕਰਨਾ ਹੈ, ਉਹਨੂੰ ਔਨ ਕਰ ਲਓ, ਜਾਂ ਜੋ ਬੇਸਿਕ ਲੈਟ ਸਪੋਜ਼ ਮੈਂ ਕਹਿੰਦਾ ਗੇਟ ਮੇਰਾ ਆਟੋਮੈਟਿਕਲੀ ਓਪਨ ਹੋਵੇ ਜੀ। ਸੋ ਇਹ ਸਾਰੀਆਂ ਫੈਸਿਲਿਟੀਜ਼, ਐਂਡ ਅਗੇਨ ਜਦੋਂ ਇਹਦੇ ਵਿੱਚ ਅਸੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਯੂਜ਼ ਕਰਾਂਗੇ ਨਾ, ਤਾਂ ਇਹਦੇ ਨਾਲ ਇਹ ਫਾਇਦਾ ਹੋਊਗਾ। ਲੈਟ ਸਪੋਜ਼ ਅਸੀਂ ਅੱਜ ਕੱਲ੍ਹ ਕੈਮਰਾਜ਼ ਲਗਾਏ ਹੋਏ ਆ ਘਰਾਂ 'ਚ, ਹਰੇਕ ਕਾਫੀ ਲੋਕਾਂ ਨੇ ਕੈਮਰਾ ਲਗਾਏ ਹੋਏ ਆ। ਉਸ ਕੈਮਰੇ ਦੇ ਵਿੱਚ ਅਗਰ ਕੋਈ ਬਹੁਤ ਮੂਵਮੈਂਟ ਹੁੰਦੀ ਹੈ, ਅਨਯੂਜ਼ੁਅਲ ਮੂਵਮੈਂਟ ਹੁੰਦੀ ਹੈ, ਤਾਂ ਤੁਹਾਨੂੰ ਅਲਰਟਸ ਵੀ ਆਉਂਦੇ ਆ, ਉਹ ਵੀ ਇਹਦੇ ਥਰੂ ਹੀ ਹੈ। ਦੈਟ ਕੋਈ ਲੈਟ ਸਪੋਜ਼ ਕੋਈ ਚੋਰ ਟਰਾਈ ਕਰਦਾ ਹੈ ਤੁਹਾਡੇ ਘਰ ਦੇ ਵਿੱਚ ਐਂਟਰ ਕਰਨ ਦੀ, ਤੁਹਾਨੂੰ ਬੀਪ ਆਊਗੀ ਤੁਹਾਡੇ ਜਿੱਥੇ ਵੀ ਤੁਸੀਂ ਹੋ ਉੱਥੇ ਆਫਿਸ ਬੈਠੇ, ਔਰ ਉਹਦੇ ਲਈ ਅਲਟਰਨੇਟਿਵ ਮੈਕੈਨਿਜ਼ਮ ਕਿਸ ਵੇ ਨਾਲ ਉਸਨੂੰ ਅਵੋਇਡ ਕਰਨਾ ਹੈ ਵੀ ਤੁਹਾਡੇ ਸਾਰੇ ਲੌਕ ਹੋ ਜਾਣ, ਘਰ ਦੇ ਸਾਰੇ ਦਰਵਾਜ਼ੇ ਲੌਕ ਹੋ ਜਾਣ, ਇਹ ਸਾਰਾ AI। ਬੜੀ ਵਧੀਆ ਗੱਲ ਕੀਤੀ। ਮੈਨੂੰ ਨਾ ਪਿੱਛੇ ਜੇ ਕਿਸੇ ਨੇ ਉਹ ਜੋਕ ਭੇਜਿਆ ਵੀ ਇੱਕ ਬੰਦਾ ਹੈ ਜਿਹਦਾ ਕਿ ਉਹਨੇ
ਹੱਥ ਦੇ ਨਾਲ ਅੰਗੂਠੇ ਦੇ ਨਾਲ ਦਾ ਦਰਵਾਜ਼ਾ ਸੀਗਾ, ਲੌਕ ਸੀਗਾ, ਸਮਾਰਟ ਲੌਕ ਸੀਗਾ। ਜੀ ਜੀ ਜੀ। ਉਹਨਾਂ ਨੂੰ ਸੱਟ ਲੱਗ ਗਈ ਤੇ ਉਹ ਵਿਚਾਰਾ ਬਾਹਰ ਗਿਆ ਸੀਗਾ, ਹੁਣ ਉਹ ਚੱਲ ਨਹੀਂ ਰਿਹਾ ਤੇ ਉਹ ਦਰਵਾਜ਼ਾ ਨਹੀਂ ਖੁੱਲ ਰਿਹਾ, ਆਪਣੇ ਘਰ ਨੂੰ ਲੌਕ ਨਹੀਂ ਕਰ, ਅਨਲੌਕ ਨਹੀਂ ਕਰ ਪਾ ਰਿਹਾ। ਜੀ ਜੀ। ਫਿਰ ਉਹ ਕਹਿੰਦੇ ਉਹਦੇ ਨਾਲ ਦੂਜੀ ਆਪਸ਼ਨ ਸੀਗੀ ਵੀ ਤੁਸੀਂ ਬੋਲ ਕੇ ਦੱਸ ਸਕਦੇ ਹੋ ਵੀ ਮੈਂ ਗੁਰਵਿੰਦਰ ਹਾਂ ਤੇ ਮੇਰਾ ਘਰ ਹੈ ਤੇ ਤੂੰ ਦਰਵਾਜ਼ਾ ਖੋਲ। ਜੀ ਜੀ ਜੀ। ਤੇ ਖੋਲ ਦਿੰਦਾ ਸੀਗਾ। ਕੁਦਰਤੀ ਉਹਦਾ ਗਲਾ ਖਰਾਬ ਹੈ। ਇਸ ਹਾਲਾਤ ਦੇ ਵਿੱਚ ਮੈਂ ਹੁਣ ਦੂਜੇ ਪਾਸੇ ਆ ਗਿਆ ਵੀ ਮੈਰਿਟਸ ਤੇ ਤੁਹਾਡੀਆਂ ਹੈ ਨੇ, ਇਸ ਦਾ ਵੀ ਅਲਟਰਨੇਟਿਵ ਹੈ ਸਰ। ਜੀ ਜੀ ਸਰ ਦੇਖੋ, ਅਗਰ ਤੁਹਾਡੇ ਫਿੰਗਰਪ੍ਰਿੰਟ ਹੈ, ਇੱਕ ਹੋਊਗਾ, ਦੂਸਰਾ ਹੋਊਗਾ, ਤੀਸਰਾ ਹੋਊਗਾ, ਕੋਈ ਕਈ ਫਿੰਗਰਸ ਦੇ ਪ੍ਰਿੰਟ ਤੁਸੀਂ ਅਲਟਰਨੇਟਿਵ ਲੈ ਸਕਦੇ ਹੋ। ਦੂਸਰਾ ਤੁਸੀਂ ਤੁਹਾਡੀ ਆਈਰਿਸ ਹੈ ਨਾ, ਆਈਰਿਸ ਨੂੰ ਵੀ ਲਿਆ ਜਾਂਦਾ ਹੈ, ਰੈਟੀਨਾ ਸਕੈਨ। ਤੀਸਰਾ ਤੁਹਾਡੀ ਫੇਸ ਰੈਕੋਗਨੀਸ਼ਨ ਨੂੰ ਵੀ ਲਿਆ ਜਾਂਦਾ ਹੈ। ਚੌਥਾ ਤੁਹਾਡਾ ਵਾਇਸ ਸੈਂਪਲ ਵੀ ਲਿਆ ਜਾਂਦਾ ਹੈ। ਅਸੀਂ ਈਵਨ ਆਪਣੇ ਮੋਬਾਈਲ ਨੂੰ ਵੀ ਲੌਕ ਕਰਦੇ ਹਾਂ, ਉਹਦੇ ਵਿੱਚ ਵੀ ਅਸੀਂ ਕਾਫੀ ਥੰਬ ਦੇ ਨਾਲ ਲੌਕ ਕਰਦੇ ਹਾਂ। ਅਸੀਂ ਉਹਦੇ ਵਿੱਚ ਆਈਰਿਸ ਦਾ ਰੈਟੀਨਾ ਸਕੈਨ ਵੀ ਕਰਦੇ ਹਾਂ। ਉਹਦੇ ਵਿੱਚ ਇਹ ਤੁਹਾਡੀ ਗੱਲ ਮੈਂ ਸਮਝ ਗਿਆ। ਮੇਰੇ ਕਹਿੰਦਾ ਮਤਲਬ ਹੈ ਫਿਰ ਕੀ ਮਸ਼ੀਨ ਦੇ ਵਿੱਚ ਫਿਰ ਵੀ ਲਿਮਿਟੇਸ਼ਨ ਰਹੇਗੀ ਕਿਸੇ ਨਾ ਕਿਸੇ ਤਰ੍ਹਾਂ ਦੀ? ਸੁਧਾਰ ਹੋ ਜਾਏਗਾ ਉਹ ਤਾਂ ਸਮਝਦੇ ਹਾਂ। ਹਾਂਜੀ ਹਾਂਜੀ। ਦੇਖੋ, ਸੁਧਾਰ ਹੋਏਗਾ ਵਕਤ ਦੇ ਨਾਲ। ਮਸ਼ੀਨ, ਅਸੀਂ ਜਦੋਂ ਛੋਟੇ ਸੀਗੇ, ਜਦੋਂ ਅਸੀਂ 8-10 ਸਾਲ ਦੇ ਸੀਗੇ, ਸਾਡੀ ਨੌਲੇਜ ਉਨੀ ਕੀ ਸੀ। ਜੀ ਜੀ। ਜਦੋਂ ਅਸੀਂ 20 ਸਾਲ ਦੇ ਹੋ ਗਏ, ਸਾਡੀ ਨੌਲੇਜ ਵੱਧ ਗਈ। ਬਿਲਕੁਲ ਸਹੀ। ਜਦੋਂ 40 ਸਾਲ ਹੋ ਗਏ, ਸਾਡੀ ਨੌਲੇਜ ਹੋਰ ਵੱਧ ਗਈ। ਤੇ ਮਸ਼ੀਨ ਵੀ ਇੱਦਾਂ ਹੀ ਹੈ। ਮਸ਼ੀਨ ਹਜੇ ਅਰਲੀ ਸਟੇਜ 'ਚ ਹੈ। ਤੁਹਾਡੀ ਭਾਸ਼ਾ ਨੂੰ ਜਿਹਨੂੰ ਜੇ ਅਸੀਂ ਸਾਹਿਤਿਕ ਭਾਸ਼ਾ ਕਹੀਏ ਨਾ, ਜੇ ਦਾਨਿਸ਼ਵਰ ਲੋਕ ਉਹ ਕਹਿੰਦੇ ਨੇ ਕਿ ਧੀਰੇ ਧੀਰੇ ਰੇ ਮਨਾ ਧੀਰੇ ਸਭ ਕੁਝ ਹੋਏ, ਮਾਲੀ ਸਿੰਚੇ 100 ਘੜਾ ਰੁੱਤ ਆਏ ਫਲ ਹੋਏ। ਬਿਲਕੁਲ ਬਿਲਕੁਲ। ਇਹ ਵੀ ਉਹੀ ਚੀਜ਼ ਹੋ ਗਈ ਨਾ, ਇਹ ਵੀ ਉਹੀ ਚੀਜ਼ ਹੈ ਜੀ। ਆਰਟੀਫੀਸ਼ੀਅਲ ਇੰਟੈਲੀਜੈਂਸ ਵੀ ਹੌਲੀ ਹੌਲੀ ਜਿਹੜੀ ਉਹ ਤਰੱਕੀ ਕਰ ਰਹੀ ਹੈ। ਬਿਲਕੁਲ ਤਰੱਕੀ ਕਰ ਰਹੀ ਹੈ ਜੀ। ਬੜੀ ਖੂਬਸੂਰਤ ਤੁਸੀਂ ਗੱਲਬਾਤ ਆਪਾਂ ਛੇੜੀ ਹੋਈ ਹੈ। ਅੱਗੇ ਅਸੀਂ ਵਧਣਾ ਚਾਹਾਂਗੇ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਅਸੀਂ ਮੈਰਿਟਸ ਔਰ ਡੀਮੈਰਿਟਸ ਵੀ ਥੋੜ੍ਹਾ ਬਹੁਤ ਅਸੀਂ ਉਹਦੇ ਵੱਲ ਝਾਤ ਮਾਰੀ। ਜੀ ਜੀ। ਹੈ ਨਾ, ਹੁਣ ਆ ਜਾਂਦਾ ਹੈ ਵੀ ਕੀ ਅਸੀਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਜ਼ਰੀਏ ਇਹਦਾ ਜਿਹੜਾ ਘੇਰਾ ਹੈ ਸਾਡੀ ਸੋਚ ਦਾ ਔਰ ਇਹਦੀਆਂ ਬ੍ਰਾਂਚਿਸ ਜਿਹੜੀਆਂ ਨੇ, ਕਿਉਂਕਿ ਰਿਮੋਟ ਸੈਂਸਿੰਗ ਔਰ ਤੁਸੀਂ ਆ ਇੰਟਰਨੈਟ ਆਫ ਥਿੰਗਸ ਔਰ ਪਤਾ ਨਹੀਂ ਹੋਰ ਕਿੰਨਾ ਕੁਝ ਆ ਗਿਆ, ਜ਼ਰਾ ਸਾਡੇ ਦਰਸ਼ਕਾਂ ਨਾਲ ਇਸ ਬਾਰੇ ਵੀ ਸਾਂਝ ਪਾਓ ਵੀ ਆਰਟੀਫਿਸ਼ੀਅਲ ਇੰਟੈਲੀਜੈਂਸ ਵੀ ਹੁਣ ਬਹੁਤ ਸਾਰੇ ਖੇਤਰਾਂ 'ਚ ਔਰ ਇਹਦੀਆਂ ਬਹੁਤ ਸਾਰੀਆਂ ਬ੍ਰਾਂਚਿਸ ਬਣ ਗਈਆਂ ਨੇ ਜਾਂ ਅਜੇ ਵੀ ਡਿਵੈਲਪਿੰਗ ਫੇਜ਼ ਦੇ ਵਿੱਚ ਹੈ? ਨਹੀਂ, ਦੇਖੋ, ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਬ੍ਰਾਂਚਿਸ ਬਣ ਚੁੱਕੀਆਂ, ਕਾਫੀ ਬ੍ਰਾਂਚਿਸ ਬਣ ਚੁੱਕੀਆਂ। ਅਸੀਂ ਸਭ ਤੋਂ ਪਹਿਲਾਂ ਜਿਹੜੀ ਦੀ ਬ੍ਰਾਂਚ ਕਰਨੇ, ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ ਰਿਲੇਟਡ ਹਮੇਸ਼ਾ ਟਰਮ ਯੂਜ਼ ਕੀਤੀ ਜਾਂਦੀ ਹੈ, ਆਰਟੀਫਿਸ਼ੀਅਲ ਇੰਟੈਲੀਜੈਂਸ ਐਂਡ ਮਸ਼ੀਨ ਲਰਨਿੰਗ। ਮਸ਼ੀਨ ਲਰਨਿੰਗ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਪਾਰਟ ਹੈ। ਦੂਸਰੀ ਦੀ ਬੜੀ ਮੇਨ ਬ੍ਰਾਂਚ ਜਿਹੜੀ ਬਹੁਤ ਪ੍ਰੋਮੀਨੈਂਟ ਚੱਲ ਰਹੀ ਹੈ, ਉਹ ਹੈਗੀ ਨੈਚੁਰਲ ਲੈਂਗੁਏਜ ਪ੍ਰੋਸੈਸਿੰਗ। ਮੈਂ ਤੁਹਾਨੂੰ ਨੈਚੁਰਲ ਲੈਂਗੁਏਜ ਪ੍ਰੋਸੈਸਿੰਗ ਦੇ ਵਿੱਚ ਇੱਕ ਬੜੀ ਬੇਸਿਕ ਜਿਹੀ ਐਗਜ਼ਾਮਪਲ ਦੱਸਦਾ ਹਾਂ। ਮਤਲਬ ਇੰਨਾ ਕੁ ਅਸੀਂ ਹੁਣ ਅੱਜ ਦੀ ਡੇਟ 'ਚ ਪ੍ਰੋਗਰੈਸ ਕਰ ਚੁੱਕੇ ਹਾਂ। ਕਈ ਵਾਰੀ ਕਿਹਾ ਜਾਂਦਾ ਟ੍ਰੈਫਿਕ ਸਿਗਨਲ ਤੇ ਜਦੋਂ ਤੁਸੀਂ ਸਿਗਨਲ ਵਾਇਲੇਟ ਕਰਦੇ ਹੋ, ਚਲਾਨ ਤੁਹਾਡੇ ਘਰ ਆ ਜਾਂਦਾ ਹੈ। ਦੇਖੋ, ਚਲੋ ਸਾਨੂੰ ਲੋਕਾਂ ਨੂੰ ਬੁਰਾ ਤਾਂ ਜ਼ਰੂਰ ਲੱਗਦਾ ਹੈ, ਲੇਕਿਨ ਉਹ ਇੱਕ ਡਿਸਿਪਲਿਨਡ ਸੋਸਾਇਟੀ ਫਾਰਮ ਕਰਨ ਲਈ ਜ਼ਰੂਰੀ ਹੈ। ਅਗਰ ਟ੍ਰੈਫਿਕ ਪ੍ਰੋਪਰ ਚੱਲੇਗਾ ਤਾਂ ਅਸੀਂ ਐਕਸੀਡੈਂਟਸ ਘੱਟ ਹੋਣਗੇ। ਸਪੀਡ ਲਿਮਿਟਸ ਨੂੰ ਚੈੱਕ ਕਰਨ ਲਈ ਵੀ ਇਹ ਸਾਰੀਆਂ ਚੀਜ਼ਾਂ ਕਿੱਦਾਂ ਪੋਸੀਬਲ ਹੈ? ਮੇਰੇ ਖਿਆਲ 'ਚ ਹੁਣ ਤਾਂ ਉਹ ਟ੍ਰੈਫਿਕ ਲਾਈਟਸ ਵੀ ਬੜੀਆਂ ਆ ਗਈਆਂ ਆਰਟੀਫਿਸ਼ੀਅਲ ਇੰਟੈਲੀਜੈਂਸ ਬੇਸ, ਕਿ ਜਿੱਦਾਂ ਟ੍ਰੈਫਿਕ ਜ਼ਿਆਦਾ ਹੈ ਉਹ ਆਟੋਮੈਟਿਕਲੀ ਉਹਨੂੰ ਟ੍ਰੈਫਿਕ ਨੂੰ ਮੈਨੇਜ ਕਰ ਰਿਹਾ। ਬਿਲਕੁਲ ਸਰ, ਉਸ ਦਾ ਤਾਂ ਬਹੁਤ ਵੱਡਾ ਫਾਇਦਾ ਹੈ। ਜੀ ਜੀ। ਮੰਨ ਲਓ ਤੁਸੀਂ ਕਿਸੇ ਸਿਟੀ ਦੇ ਵਿੱਚੋਂ, ਜਿਹਨੂੰ ਤੁਹਾਨੂੰ ਪਤਾ ਹੈ ਬੜਾ ਪ੍ਰੋਮੀਨੈਂਟ ਚੌਂਕ ਹੈ ਜੀ, ਔਰ ਇੱਕ ਸਾਈਡ ਤੋਂ ਟ੍ਰੈਫਿਕ ਬਹੁਤ ਹੈਵੀ ਹੈ, ਬਾਕੀ ਸਾਈਡਸ ਲਾਈਟ ਹੈ। ਉਹਨਾਂ ਨੇ ਇਹ ਸੈਂਸ ਕਰ ਲੈਣਾ ਦੈਟ ਇਸ ਪੁਆਇੰਟ ਤੇ ਟ੍ਰੈਫਿਕ ਜ਼ਿਆਦਾ ਹੈ, ਇਸ ਨੂੰ ਜੇ 60 ਸੈਕਿੰਡਸ ਦੇਣੇ ਉਹਨੂੰ 90 ਦੇ ਦੋਗੇ। ਜਿਸ ਸਾਈਡ ਤੇ ਟ੍ਰੈਫਿਕ ਘੱਟ ਹੈ ਉੱਥੇ 30 ਸੈਕਿੰਡਸ। ਇਹ ਫਾਇਦੇ ਨੇ, ਇਹ ਤਾਂ ਸਭ ਤੋਂ ਮੇਜਰ ਫਾਇਦਾ ਹੈ। ਜੀ ਜੀ ਜੀ। ਦੂਸਰਾ ਫਾਇਦਾ ਕੀ ਹੈ? ਦੇਖੋ, ਪੁਰਾਣਾ ਟਾਈਮ ਬੈਂਕਿੰਗ ਦਾ ਟਾਈਮ ਸੀਗਾ, ਬੈਂਕ ਜਾਂਦੇ ਸੀਗੇ, ਉੱਥੇ ਜਾ ਕੇ ਬੈਲੈਂਸ ਪਤਾ ਕਰਦੇ ਸੀ, ਜਾਂ ਬੈਂਕ 'ਚ ਕੋਈ ਪ੍ਰੋਬਲਮ, ਸਾਨੂੰ ਕਿਸੇ ਕਾਈਂਡ ਦੀ ਪ੍ਰੋਬਲਮ ਆਉਂਦੀ ਸੀਗੀ। ਜੀ ਜੀ ਜੀ। ਤੇ ਅਸੀਂ ਬੈਂਕ ਵਿੱਚ ਕਹਿਣਾ ਦੇਖੋ ਜੀ ਠੀਕ ਕਰੋ। ਤੇ ਕਈ ਵਾਰੀ ਉੱਥੇ ਜਿਹੜੇ EMPLOYEE ਹੈ ਉਹ ਬਿਜ਼ੀ ਹੋਣੇ, ਦੇਖੋ ਉਹ ਵੀ ਬਿਜ਼ੀ ਹੋ ਸਕਦਾ ਸੀ, ਕਈ ਵਾਰੀ ਉਹਨਾਂ ਦਾ ਇੰਟਰਸਟ ਵੀ ਨਹੀਂ ਹੁੰਦਾ ਸੀ ਦੱਸਣ ਦਾ। ਹੁਣ 24/7 ਬੈਂਕਿੰਗ ਆ ਗਈ ਹੈ। ਜਦੋਂ ਇੱਦਾਂ ਦੀ ਬੈਂਕਿੰਗ ਆ ਗਈ ਹੈ, ਅੱਗੇ ਤਾਂ ਉੱਥੇ ਹਿਊਮਨ ਬੀਇੰਗ ਹੀ ਬੈਠਦੇ ਸੀਗੇ, ਜਿਹੜੇ ਕਸਟਮਰ ਕੇਅਰ ਤੇ ਆਮ ਤੌਰ ਤੇ ਹਿਊਮਨ ਬੀਇੰਗ ਹੀ ਬੈਠਦੇ ਸੀ। ਹੁਣ ਉੱਥੇ ਵੀ ਆਰਟੀਫਿਸ਼ੀਅਲ ਇੰਟੈਲੀਜੈਂਸ ਮਸ਼ੀਨਸ ਆ ਗਈਆਂ। ਕਸਟਮਰ ਨੇ ਕਾਮਨ ਕੁਐਸਚਨ ਹੀ ਪੁੱਛਣੇ ਆ, ਜਿਹੜੇ ਉਹਨਾਂ ਨੇ 10 20 30 40 50 ਕੁਐਸਚਨਸ ਓਵਰ ਦ ਈਅਰ ਸਾਨੂੰ ਪਤਾ ਇਹੀ ਪੁੱਛੇ ਜਾਂਦੇ। ਉਹੀ ਕੁਐਸਚਨਸ ਔਰ ਉਹਦੇ ਆਨਸਰਸ। ਈਵਨ ਜ਼ੋਮੈਟੋ ਸਵੀਗੀ ਦੇ ਵਿੱਚ ਵੀ ਤੁਸੀਂ ਕਦੀ ਧਿਆਨ ਨਾਲ ਦੇਖੋ, ਤੁਹਾਡੇ ਨਾਲ ਕਸਟਮਰ ਕੇਅਰ ਜਲਦੀ ਗੱਲ ਨਹੀਂ ਕਰਦਾ, ਪਹਿਲਾਂ AI ਮਸ਼ੀਨ ਹੀ ਗੱਲ ਕਰਦੀ। ਅਸੀਂ ਉਹਨਾਂ ਨੂੰ ਬੋਟਸ ਕਰਨੇ, ਬੋਟ AI ਬੋਟਸ ਹੁੰਦੀਆਂ, ਚੈਟ ਬੋਟਸ, ਉਹ ਤੁਹਾਡੇ ਨਾਲ ਚੈਟ ਕਰਦੀਆਂ ਰਹਿੰਦੀਆਂ। ਤੁਹਾਨੂੰ ਲੱਗਦਾ ਹੈ ਕੋਈ ਪਰਸਨ ਤੁਹਾਡੇ ਨਾਲ ਗੱਲ ਕਰ ਰਿਹਾ, ਬਟ ਅਗਰ ਉਹ ਪ੍ਰੋਬਲਮ ਨੂੰ ਰਿਜ਼ੋਲਵ ਨਹੀਂ ਕਰ ਪਾਉਂਦੀਆਂ
ਤਾਂ ਉਹ ਕਸਟਮਰ ਕੇਅਰ ਤੱਕ ਜਾਂਦਾ। ਤੁਸੀਂ ਚੈਟ ਬੋਟ ਦੀ ਗੱਲ ਕੀਤੀ ਹੈ, ਅੱਜ ਕੱਲ੍ਹ ਉਹ ਚੈਟ GPT ਕੁਛ ਇਹਦਾ ਵੀ ਬੜਾ ਚੱਲ ਰਿਹਾ ਸੁਣਨ। ਹਾਂਜੀ ਹਾਂਜੀ, ਬਹੁਤ ਅੱਜ ਕੱਲ੍ਹ ਟਰਮ ਚੱਲ ਰਹੀ ਹੈ ਚੈਟ GPT। ਦੇਖੋ ਉਹ ਵੀ ਆਰਟੀਫਿਸ਼ਲ ਇੰਟੈਲੀਜੈਂਸ ਪੇ ਪਲੇਟਫਾਰਮ ਹੈ। ਚੈਟ GPT ਦੇਖੋ ਇੰਡੀਅਨ ਟੈਸਟ ਵੀ ਜਿਹੜੇ ਐਂਟਰੈਂਸ ਟੈਸਟ ਹੁੰਦੇ ਨੇ ਐਗਜ਼ਾਮ ਦੇ, ਜੀ ਜੀ ਜੀ, ਮੈਂ ਥੋੜ੍ਹੇ ਦਿਨ ਪਹਿਲਾਂ ਨਿਊਜ਼ ਪੜ੍ਹਿਆ ਸੀਗਾ ਦੈਟ ਇੰਡੀਅਨ ਐਂਟਰੈਂਸ ਐਗਜ਼ਾਮ ਨੂੰ ਕਲੀਅਰ ਨਹੀਂ ਕਰ ਸਕਿਆ, ਲੇਕਿਨ ਕੁਝ ਫੋਰਨ ਯੂਨੀਵਰਸਿਟੀ ਦੇ ਐਗਜ਼ਾਮ ਕਲੀਅਰ ਕਰ ਗਿਆ। ਅੱਛਾ। ਚੈਟ GPT ਆਰਟੀਫਿਸ਼ਲ ਇੰਟੈਲੀਜੈਂਸ ਬੇਸਡ ਪਲੇਟਫਾਰਮ ਹੈ, ਮਸ਼ੀਨ ਲਰਨਿੰਗ ਹੈ, ਲਰਨ ਕਰੂਗਾ ਐਕਸਪੀਰੀਅੰਸ ਤੋਂ। ਜੀ ਜੀ, ਅੱਜ ਨਹੀਂ ਉਹ ਕਲੀਅਰ ਕਰ ਸਕਿਆ। ਜਿੱਦਾਂ ਜਿੱਦਾਂ ਅਸੀਂ ਉਹਨੂੰ ਕੁਐਸਚਨਸ ਫੀਡ ਕਰੀ ਜਾਵਾਂਗੇ, ਦੱਸੀ ਜਾਵਾਂਗੇ ਇੰਡੀਅਨ ਐਂਟਰੈਂਸ ਸਿਸਟਮ ਦੇ, ਜੀ ਅੱਜ ਤੋਂ 6 ਮਹੀਨੇ ਸਾਲ 2 ਸਾਲ ਬਾਅਦ ਉਹ ਉਹਨਾਂ ਨੂੰ ਕਲੀਅਰ ਕਿਉਂ ਨਹੀਂ ਕਰ ਪਾਏਗਾ। ਆਉਣ ਵਾਲੇ ਟਾਈਮ ਦੇ ਵਿੱਚ ਹੁਣ ਵੀ ਚੈਟ GPT ਤੋਂ, ਚੈਟ GPT ਦੇ ਫਾਇਦੇ ਵੀ ਹੈ ਤੇ ਨੁਕਸਾਨ ਵੀ ਹੈ। ਦੇਖੋ ਇਟਸ ਇਹ ਬਹੁਤ ਅੱਜ ਕੱਲ੍ਹ ਨਾ ਆਲ ਓਵਰ ਵਰਲਡ ਇੱਕ ਡਿਸਕਸ਼ਨ ਦਾ ਟੌਪਿਕ ਹੈ ਜਾਂ ਚੈਟ GPT ਠੀਕ ਹੈ ਜਾਂ ਗਲਤ ਹੈ, ਕਿਉਂਕਿ ਇਸਦੇ ਫਾਇਦੇ ਵੀ ਹੈ ਜੀ। ਇਹ ਤੁਹਾਨੂੰ ਤੁਸੀਂ ਹਰ ਤਰ੍ਹਾਂ ਦੀ ਇਨਫੋਰਮੇਸ਼ਨ ਇਸ ਤੋਂ ਲੈ ਸਕਦੇ ਹੋ। ਤੇ ਹਿਊਮਨ ਮਾਈਂਡ ਜਿਹੜਾ ਹਿਊਮਨ ਬ੍ਰੇਨ ਹੈ ਨਾ, ਉਹ ਸ਼ਰਾਰਤੀ ਬਹੁਤ ਹੈ। ਪੋਜ਼ਿਟਿਵ ਵੀ ਹੈ ਲੇਕਿਨ ਸ਼ਰਾਰਤੀ ਵੀ ਹੈ। ਉਹ ਇਸ ਇਨਫੋਰਮੇਸ਼ਨ ਦਾ ਮਿਸਯੂਜ਼ ਨਾ ਹੋ ਜਾਏ, ਇਸ ਚੀਜ਼ ਦਾ ਵੀ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਅੱਛਾ, ਹੁਣ ਜੇ ਅਸੀਂ ਜਿੱਦਾਂ ਗੱਲ ਕਰਦੇ ਹਾਂ ਵੀ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਵਾਕਈ ਫਾਇਦੇ ਵੀ ਨੇ ਜੀ ਜੀ, ਔਰ ਕੁਝ ਬੜੇ ਵੱਡੇ ਖਤਰੇ ਵੀ ਨੇ ਜੀ। ਅੱਜ ਕੱਲ੍ਹ ਅਸੀਂ ਡਿਜੀਟਲ ਕਰੰਸੀ ਵਾਲੇ ਪਾਸੇ ਵੀ ਵੱਧਦੇ ਪਏ ਹਾਂ ਔਰ ਬਹੁਤ ਸਾਰੇ ਦੇਸ਼ਾਂ 'ਚ ਬਹੁਤ ਸਾਰੀਆਂ ਕਰੰਸੀ ਜਿਹੜੀਆਂ ਕਿ ਵੈਲਿਡ ਵੀ ਨੇ, ਗਵਰਨਮੈਂਟ ਵੱਲੋਂ ਮਾਨਤਾ ਪ੍ਰਾਪਤ ਵੀ ਨੇ, ਕਿ ਨਹੀਂ ਵੀ ਨੇ, ਪਰ ਫਿਰ ਵੀ ਉਹਨਾਂ 'ਚ ਟ੍ਰੇਡਿੰਗ ਹੋ ਰਹੀ ਹੈ। ਜੀ ਜੀ, ਅਸੀਂ ਡੀਪ ਬਲੂ ਜਿਹੜਾ ਉਹ ਕਹਿੰਦੇ ਆਪਾਂ ਇੰਟਰਨੈਟ ਕੋਈ ਉਹ ਵੀ ਹੈ ਸਾਡੇ ਕੋਲ। ਇੰਨਾ ਸਾਰਾ ਕੁਝ ਹੋਣ ਦੇ ਬਾਵਜੂਦ ਅਸੀਂ ਜਦੋਂ ਆਪਣੇ ਆਪ ਨੂੰ ਦੇਖਦੇ ਹਾਂ ਤਾਂ ਸਾਨੂੰ ਲੱਗਦਾ ਕਿ ਅਸੀਂ ਸੇਫ ਹਾਂ ਜੀ, ਪਰ ਸਾਨੂੰ ਨਹੀਂ ਪਤਾ ਵੀ ਅਸੀਂ ਕਦੋਂ ਉਹਨੂੰ ਪੁੱਛਦੇ ਹਾਂ, ਜਦੋਂ ਭਰਦੇ ਹਾਂ ਇੰਟਰਨੈਟ ਦੇ ਉੱਤੇ ਤਾਂ ਉਹ ਸਾਡਾ ਆਧਾਰ ਕਾਰਡ ਵੀ ਆਪੇ ਭਰ ਲੈਂਦਾ ਹੈ, ਪਾਸਵਰਡ ਵੀ ਸਾਨੂੰ ਕਹਿੰਦਾ ਵੀ ਆਹੀ ਹੈ ਨਾ ਤੁਹਾਡਾ ਪਾਸਵਰਡ ਜਾਂ ਆਹੀ ਰੱਖਾ ਨਾ। ਜੀ ਜੀ, ਇੰਨੀਆਂ ਸਾਰੀਆਂ ਚੀਜ਼ਾਂ ਹੋ ਰਹੀਆਂ ਨੇ, ਬਚਿਆ ਕਿੱਦਾਂ ਜਾਵੇ ਇੱਕ ਆਮ ਬੰਦਾ ਜਿਹੜਾ ਹੈ। ਹਾਂਜੀ ਹਾਂਜੀ ਹਾਂਜੀ, ਮੈਂ ਵੈਸੇ ਸਰ ਇਸ ਚੀਜ਼ ਲਈ ਤੁਸੀਂ ਬੜਾ ਇੱਕ ਇੰਪੋਰਟੈਂਟ ਕੁਐਸਚਨ ਪੁੱਛਿਆ। ਆਮ ਬੰਦੇ ਨੂੰ ਕੰਪਿਊਟਰ ਬਾਰੇ ਜਾਂ ਮੋਬਾਈਲ ਬਾਰੇ ਬਹੁਤ ਪਤਾ ਨਹੀਂ ਹੁੰਦਾ ਜੀ। ਬਹੁਤ ਸਾਰੇ ਕੰਪਿਊਟਰ ਪ੍ਰੋਫੈਸ਼ਨਲਸ ਵੀ ਰੂਟੀਨ 'ਚ ਉਸ ਚੀਜ਼ ਨੂੰ ਲੈ ਲੈਂਦੇ। ਅਸੀਂ ਮੋਬਾਈਲ 'ਤੇ ਜਦੋਂ ਵੀ ਐਪ ਨੂੰ ਉਹ ਕਰਦੇ ਹਾਂ, ਡਾਊਨਲੋਡ ਕਰਦੇ ਹਾਂ, ਅਸੀਂ ਕਈ ਤਰ੍ਹਾਂ ਦੀ ਪਰਮਿਸ਼ਨਸ ਦਿੰਦੇ ਉਹਨਾਂ ਨੂੰ ਵੀ ਉਹ ਤੁਹਾਡੇ ਮੋਬਾਈਲ ਦੀ ਗੈਲਰੀ ਨੂੰ ਅਸੈਸ ਕਰ ਸਕਦਾ ਹੈ, ਤੁਹਾਡੇ ਕੰਟੈਕਟਸ ਨੂੰ ਅਸੈਸ ਕਰ ਸਕਦਾ ਹੈ, ਤੁਹਾਡੀ ਇਨਫੋਰਮੇਸ਼ਨ ਸਾਰੀ ਉਹਦੇ ਵਿੱਚ ਅਵੇਲੇਬਲ ਹੁੰਦੀ। ਦੇਖੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਬਚਣ ਦਾ ਜਿਹੜਾ ਜ਼ਰੀਆ ਦੱਸਦਾ ਮੈਂ, ਦੈਟ ਜੇ ਤੁਸੀਂ ਇੰਟਰਨੈਟ 'ਤੇ ਸਰਫਿੰਗ ਕਰਦੇ ਪਏ ਹੋ ਜਾਂ ਤੁਸੀਂ ਮੋਬਾਈਲ 'ਤੇ ਸਰਫਿੰਗ ਕਰਦੇ ਹੋ, ਕੰਪਿਊਟਰ ਦੇ ਵਿੱਚ ਤਾਂ ਇੱਕ ਐਂਟੀਵਾਇਰਸ ਤਾਂ ਹਮੇਸ਼ਾ ਰੱਖੋ। ਓਰੀਜਨਲ ਸਰਫਿੰਗ ਦਾ ਮਤਲਬ ਵੀ ਯੂਜ਼ ਕਰ ਰਹੇ ਹੋ, ਮਤਲਬ ਜੇ ਇਸਤੇਮਾਲ ਕਰਦੇ ਪਏ ਹੋ ਇੰਟਰਨੈਟ ਦਾ, ਸਭ ਤੋਂ ਪਹਿਲਾਂ ਤਾਂ ਦੇਖੋ ਆਥੋਰਾਈਜ਼ਡ, ਮੈਂ ਇੱਕ ਡਮ ਲੀਗਲ ਸੌਫਟਵੇਅਰ, ਪਾਇਰੇਟਡ ਐਂਟੀਵਾਇਰਸ ਨਹੀਂ ਵੀ ਮੇਰੇ ਉਹ ਦੋਸਤ ਦਾ ਮੁੰਡਾ ਸੀ ਉਹ ਆ ਕੇ ਐਂਟੀਵਾਇਰਸ ਲੋਡ ਕਰ ਗਿਆ, ਉਹਨੂੰ ਨਹੀਂ। ਓਰੀਜਨਲ ਅਥੈਂਟਿਕ ਐਂਟੀਵਾਇਰਸ ਤੁਹਾਡੇ ਕੰਪਿਊਟਰ ਦੇ ਵਿੱਚ ਲੋਡ ਕਰੋ। ਦੂਸਰਾ ਪੁਆਇੰਟ ਹੈ, ਬਹੁਤ ਸਾਰੀਆਂ AI ਦੇ ਨਾਲ ਐਡਵਰਟਾਈਜ਼ਮੈਂਟਸ ਬਹੁਤ ਆਉਂਦੀਆਂ। ਅੱਛਾ, ਅਸੀਂ ਅਟਰੈਕਟ ਹੋ ਜਾਂਦੇ ਉਸ ਐਡਵਰਟਾਈਜ਼ਮੈਂਟ 'ਤੇ ਕਲਿੱਕ ਕਰਦੇ ਹਾਂ। ਉਹ ਹਰ ਐਡਵਰਟਾਈਜ਼ਮੈਂਟ 'ਤੇ ਜਾਂ ਤੁਹਾਡੇ ਮੋਬਾਈਲ 'ਤੇ ਕਈ ਵਾਰੀ ਲਿੰਕ ਆ ਜਾਂਦੇ ਹੈ ਦੈਟ ਮੈਂ ਫਲਾਂ ਬੈਂਕ ਤੋਂ ਤੁਹਾਡਾ ਅਕਾਊਂਟ ਬੈਲੈਂਸ 5000 ਤੋਂ ਘੱਟ ਹੋ ਗਿਆ ਜਾਂ 2000 ਤੋਂ ਘੱਟ ਹੋ ਗਿਆ, ਤੁਹਾਡਾ ਅਕਾਊਂਟ ਕਲੋਜ਼ ਕਰ ਦਿੱਤਾ ਜਾਂਦਾ, ਇਹ ਲਿੰਕ 'ਤੇ ਕਲਿੱਕ ਕਰੋ। ਤੁਸੀਂ ਕਿਸੇ ਲਿੰਕ 'ਤੇ ਕਲਿੱਕ ਨਹੀਂ ਕਰਨਾ। ਰੀਜ਼ਨ ਬੀਇੰਗ, ਜਿੰਨੇ ਬੈਂਕਸ ਹੈ, ਆਰਗੇਨਾਈਜੇਸ਼ਨਸ ਹੈ, ਉਹ ਇੱਦਾਂ ਦੇ ਅਨਆਥੋਰਾਈਜ਼ਡ ਲਿੰਕਸ ਨਹੀਂ ਭੇਜਦੇ। ਉਹ ਕਿਸੇ ਕਾਈਂਡ ਦੀ ਡਾਟਾ ਕਲੈਕਸ਼ਨ ਨਹੀਂ ਕਰਦੇ। ਪਰ ਕਿਸੇ ਆਮ ਬੰਦੇ ਨੂੰ ਥੋੜਾ ਪਤਾ ਹੈ ਨਾ, ਉਹੀ ਤਾਂ ਮੈਂ ਕਹਿੰਦਾ। ਇਹ ਆਮ ਬੰਦੇ ਨੂੰ ਅਸੀਂ ਅਵੇਅਰ ਕਰ ਸਕਦੇ ਹਾਂ ਵੀ ਤੁਹਾਡੇ ਮੋਬਾਈਲ ਤੇ ਜੋ ਮੈਸੇजेस ਆਉਂਦੇ ਹੈ, ਤੁਸੀਂ, ਮੈਂ ਵੈਸੇ ਕੋਈ ਬੈਂਕ ਕਹਿੰਦਾ ABC ਨਾਮ ਦਾ ਬੈਂਕ ਹੈ, ਉਸ ABC ਨਾਮ ਦੇ ਬੈਂਕ ਦੇ ਨਾਮ ਤੋਂ ਹੀ ਉਹਨਾਂ ਨੇ ਤੁਹਾਨੂੰ ਮੈਸੇਜ ਭੇਜ ਦੇਣਾ, ਲੇਕਿਨ ਉਹ 'ਚ ਥੋੜਾ ਬਹੁਤਾ ਹੇਰ ਫੇਰ ਹੋਣਾ ਜੋ ਆਮ ਪਬਲਿਕ ਨੂੰ ਪਤਾ ਨਹੀਂ ਲੱਗਣਾ। ਤੁਸੀਂ ਹਰ ਕੋਈ ਵੀ ਮੈਸੇਜ ਆ ਰਿਹਾ ਹੈ, ਉਸ ਮੈਸੇਜ ਨੂੰ ਕਲਿੱਕ ਕਰਕੇ ਇਨਫੋਰਮੇਸ਼ਨ ਨਹੀਂ ਭਰਨੀ, ਫਜ਼ੂਲ ਦੀ ਐਡਵਰਟਾਈਜ਼ਮੈਂਟ ਤੇ ਕਲਿੱਕ ਨਹੀਂ ਕਰਨਾ। ਡਾਕਟਰ ਸਾਹਿਬ, ਸਾਡੇ ਪ੍ਰੋਗਰਾਮ ਦਾ ਨਾਮ ਹੈ ਗੱਲਾਂ ਤੇ ਗੀਤ। ਜੀ ਜੀ ਜੀ, ਬਹੁਤ ਖੂਬਸੂਰਤ ਗੱਲਾਂ ਚੱਲ ਰਹੀਆਂ ਨੇ, ਦਿਲ ਨਹੀਂ ਕਰਦਾ ਵੀ ਅਸੀਂ ਗੀਤ ਵਾਲੇ ਪਾਸੇ ਜਾਈਏ, ਪਰ ਤੁਸੀਂ ਆਏ ਹੋ, ਸਾਨੂੰ ਤੁਹਾਡਾ ਵੀ ਮਾਣ ਰੱਖਣਾ ਪੈਣਾ, ਸਾਡੇ ਦਰਸ਼ਕਾਂ ਦਾ ਵੀ। ਜੇ ਇਜਾਜ਼ਤ ਹੋਵੇ ਆਪਾਂ ਇਹ ਗੀਤ ਦੇਖੀਏ। ਜੀ ਜੀ, ਬਿਲਕੁਲ ਬਿਲਕੁਲ, ਆਓ ਦੇਖਦੇ ਹਾਂ ਗੀਤ ਜੀ।
सुपने बड़े प्यारे, हाय दिल बटे कोही जिंद बटे, अज मुल करें दे सारे। छड़ा छड़ा दिल कर छड़ा छड़ा सारा साडे वाल छड़ा छड़ा सानू दिल विच छड़ा छड़ा हम भी लड़ा छड़ा 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 सारा साडे वाल छड़ा Let's do it again. ਇਸ ਗੀਤ ਦੇ ਵਿੱਚ ਵੀ ਤੁਸੀਂ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਇੱਕ ਰੋਬੋਟ ਜਿਹੜਾ ਉਹ ਨੱਚਦਾ ਪਿਆ ਹੈ, ਗਾਉਂਦਾ ਪਿਆ ਹੈ। ਨੱਚਦੇ ਵੀ ਨੇ ਰੋਬੋਟ। ਕਿਸੇ ਸਟੇਜ ਤੱਕ ਅਸੀਂ ਇਹ ਦੇਖਿਆ ਕਿ ਰੋਬੋਟ ਜਿਹੜੇ ਨੇ ਉਹ ਪਛਾਣੇ ਜਾਂਦੇ ਸੀ ਵੀ ਇਹ ਰੋਬੋਟ ਹੈ, ਪਰ ਅੱਜ ਦੀ ਕ੍ਰਿਤਰਿਮ ਜਿਹੜੀ ਸੋਝੀ ਹੈ ਉਹਦੇ ਜ਼ਰੀਏ ਤਾਂ ਰੋਬੋਟ ਵੀ ਇਦਾਂ ਦੇ ਬਣ ਰਹੇ ਨੇ ਵੀ ਜਿਹਨੂੰ ਤੁਸੀਂ ਪਛਾਣ ਨਹੀਂ ਸਕਦੇ ਵੀ ਸੱਚਮੁੱਚ ਇਹ ਰੋਬੋਟ ਹੈ ਜਾਂ ਅਸੀਂ ਕਿਸੇ ਬੰਦੇ ਨਾਲ ਗੱਲ ਕਰ ਰਹੇ ਹਾਂ। ਸਾਡੇ ਕੋਲ ਡਾਕਟਰ ਵਿਪਿਨ ਜੀ ਮੌਜੂਦ ਨੇ, ਅਸੀਂ ਗੱਲਬਾਤ ਕਰ ਰਹੇ ਹਾਂ ਅੱਜ। ਡਾਕਟਰ ਸਾਹਿਬ, ਅਸੀਂ ਗੀਤ ਵੀ ਦੇਖੇ ਇਹਦੇ 'ਚ ਵੀ ਰੋਬੋਟ ਹੈ, ਔਰ ਹੁਣ ਜਿਹੜੇ ਰੋਬੋਟ ਦੀ ਆਪਾਂ ਗੱਲ ਕਰ ਰਹੇ ਹਾਂ ਵੀ ਉਹ ਸ਼ਾਇਦ ਪਤਾ ਹੀ ਨਹੀਂ ਲੱਗਦਾ ਵੀ ਬੰਦੇ ਨਾਲ ਗੱਲ ਕਰਦੇ ਪਏ ਹਾਂ ਜਾਂ ਵਾਕਈ ਉਹ ਰੋਬੋਟ ਹੈ। ਬਿਲਕੁਲ ਜੀ, ਬਿਲਕੁਲ। ਔਰ ਅਸੀਂ ਚੰਗੀਆਂ ਮਾੜੀਆਂ ਦੋਨੋਂ ਹੀ ਪਾਸੇ ਵਿਚਰਦੇ ਹੋਏ ਇੱਕ ਹੋਰ ਇੱਕ ਚੀਜ਼ ਅੱਜ ਕੱਲ੍ਹ ਬੜੀ ਚੱਲਦੀ ਹੈ, GPS ਗਲੋਬਲ ਪੋਜੀਸ਼ਨਿੰਗ ਸਿਸਟਮ ਕਹਿ ਲਓ ਜਾਂ ਤੁਸੀਂ ਇਹਦੇ 'ਚ ਵੀ AI ਦਾ ਕੁਝ ਹੱਥ ਹੈ? ਦੇਖੋ ਸਰ, GPS ਦੇ ਵਿੱਚ AI ਦਾ ਹੱਥ ਜ਼ਰੂਰ ਹੈ। GPS ਇੱਕ ਅਲੱਗ ਟੈਕਨੋਲੋਜੀ ਹੈ। ਅੱਛਾ ਜੀ। ਲੇਕਿਨ GPS ਦੇ ਸਾਨੂੰ ਫਾਇਦੇ ਬਹੁਤ ਹੈ ਆਮ ਪਬਲਿਕ ਨੂੰ, ਆਮ ਲੋਕਾਂ ਨੂੰ। ਰਸਤੇ ਲੱਭਣਾ, ਕਿਸੇ ਵੀ ਨਵੇਂ ਸ਼ਹਿਰ 'ਚ ਤੁਸੀਂ ਗਏ ਹੋ, GPS ਦੇ ਥਰੂ ਤੁਸੀਂ ਨੈਵੀਗੇਟ, ਤੁਹਾਨੂੰ ਰੂਟ ਪਤਾ ਲੱਗ ਜਾਏਗਾ। ਮੈਂ ਜਲੰਧਰ ਤੋਂ ਲੁਧਿਆਣਾ ਜਾਣਾ ਹੈ, ਮੈਂ ਆਰਾਮ ਨਾਲ ਦੇਖ ਸਕਦਾ ਹਾਂ ਵੀ ਕਿਸ ਜਗ੍ਹਾ ਤੇ ਟ੍ਰੈਫਿਕ ਹੈ। ਓਕੇ, ਰੈੱਡ ਲਾਈਨ ਆ ਰਹੀ ਹੈ, ਇਹਦਾ ਮਤਲਬ ਟ੍ਰੈਫਿਕ ਬਹੁਤ ਜ਼ਿਆਦਾ ਹੈ, ਔਰ ਮੈਨੂੰ ਅਲਟਰਨੇਟਿਵ ਰੂਟ ਵੀ ਸੁਜੈਸਟ ਕਰਦਾ ਹੈ। ਦੇਖੋ, ਆਮ ਪਬਲਿਕ ਲਈ ਬਹੁਤ ਬੈਨੀਫੀਸ਼ੀਅਲ ਹੈ, ਔਰ ਅਗਰ ਬਿਲਕੁਲ ਰੂਟ ਕਲੀਅਰ ਹੈ ਤੁਹਾਨੂੰ ਐਸਟੀਮੇਟਿਡ ਟਾਈਮ ਵੀ ਦੱਸਦਾ ਹੈ। ਤੁਸੀਂ ਕਿਸੇ ਨਵੀਂ ਜਗ੍ਹਾ ਤੇ ਜਾ ਰਹੇ ਹੋ ਜਿੱਥੇ ਤੁਹਾਨੂੰ ਕੋਈ ਰਸਤਾ ਨਹੀਂ ਪਤਾ, ਕੋਈ ਰੂਟ ਨਹੀਂ ਪਤਾ, GPS ਦੇ ਥਰੂ ਤੁਸੀਂ, ਔਰ ਹਾਂ ਇੱਥੇ ਤੁਸੀਂ AI ਦੇ ਰੋਲ ਦੀ ਗੱਲ ਕੀਤੀ, GPS ਨੇ ਤੁਹਾਨੂੰ ਰੂਟ ਦੱਸਣਾ ਹੈ, GPS ਨੇ ਤੁਹਾਨੂੰ ਰੂਟ ਦੱਸਣਾ ਹੈ, ਔਰ GPS ਦੇ ਥਰੂ ਤੁਹਾਨੂੰ ਇਹ ਵੀ ਪਤਾ ਲੱਗ ਜਾਏਗਾ ਟ੍ਰੈਫਿਕ ਹੈ। ਉਸ ਤੋਂ ਬਾਅਦ ਅਲਟਰਨੇਟਿਵਸ ਕੀ ਕਰਨੇ, ਕੀ ਤੁਹਾਡੇ ਕੋਲ ਹੋਰ ਆਪਸ਼ਨਸ ਅਵੇਲੇਬਲ ਹੈ, ਉਹਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਰੋਲ ਹੈ। ਸੈਲਫ ਡਰਾਈਵਿੰਗ ਵੀ ਇਹਦਾ ਕੋਈ ਪਾਰਟ ਬਣ ਰਹੀ ਹੈ? ਸੈਲਫ ਡਰਾਈਵਿੰਗ ਕਾਰਸ ਅੱਜ ਕੱਲ੍ਹ ਆ ਗਈਆਂ, ਲੇਕਿਨ ਅਗਰ ਇੰਡੀਆ 'ਚ ਉਹ ਕਾਰਸ ਨਹੀਂ ਆਈਆਂ, ਬਟ ਉਹ ਕਾਰਸ ਫਿਊਚਰ ਦੇ ਵਿੱਚ ਸੈਲਫ ਡਰਾਈਵਿੰਗ ਕਾਰਸ ਆਉਣੀਆਂ।
ਸੈਲਫ ਡਰਾਈਵਿੰਗ ਕਾਰਸ ਦੇ ਵਿੱਚ ਇਹ ਵੀ ਤੁਸੀਂ ਆਪਣੀ ਪਿਛਲੀ ਸੀਟ ਤੇ ਬੈਠ ਗਏ, ਉੱਥੇ ਫੀਡ ਕੀਤਾ, ਇਹ ਐਡਰੈਸ ਹੈ ਮੇਰਾ, ਡੈਸਟੀਨੇਸ਼ਨ ਤੁਹਾਡੀ ਹੈ। ਆ ਮੇਰਾ ਡੈਸਟੀਨੇਸ਼ਨ ਹੈ, ਤੇ ਉਹ ਕਾਰ ਤੁਹਾਨੂੰ ਡਰਾਈਵ ਕਰਕੇ ਆਪਣੇ ਆਪ ਲੈ ਜਾਏਗੀ। ਵਾਹ। ਦੇਖੋ ਫਾਇਦਾ ਬਹੁਤ ਹੈ। ਵੈਸੇ ਅਦਰਵਾਈਜ਼ ਅਗਰ ਸੈਲਫ ਡਰਾਈਵਨ ਕਾਰ ਦੀ ਜਗ੍ਹਾ ਮੈਂ ਨਾਰਮਲ ਕਾਰ ਦੀ ਗੱਲ ਵੀ ਕਰਾਂ, ਤੁਸੀਂ ਉੱਥੇ ਵੀ GPS ਦੇ ਨਾਲ ਆਪਣਾ ਡੈਸਟੀਨੇਸ਼ਨ ਫੀਡ ਕਰੋਗੇ, ਤੁਹਾਨੂੰ ਕਾਰ ਨੇ ਤੁਹਾਡੇ ਉਸ ਕਾਰ ਦੇ ਵਿੱਚ ਹੀ ਲੈ ਕੇ ਜਾਣਾ। ਡਾਕਟਰ ਸਾਹਿਬ ਅਸੀਂ ਬੜੀਆਂ ਖੂਬਸੂਰਤ ਗੱਲਾਂ ਕਰ ਰਹੇ ਹਾਂ, ਪਰ ਜਾਣਨਾ ਇਹ ਚਾਹਾਂਗਾ ਵੀ ਇਹ ਜਿਹੜਾ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਜਿਹੜਾ ਘੇਰਾ ਜਿਹੜਾ ਇੰਨਾ ਵਸੀਹ ਹੈ, ਜੀ 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 ਸਾਡੇ ਜਿਹੜੇ ਬੱਚੇ ਨੇ ਜੀ, ਜੇ ਉਹ ਇਸ ਫੀਲਡ ਦੇ ਵਿੱਚ, ਇਸ ਖੇਤਰ ਦੇ ਵਿੱਚ ਆਪਣਾ ਮੁਕਾਮ ਕੋਈ ਬਣਾਉਣਾ ਚਾਹੁੰਦੇ ਨੇ, ਆਪਣਾ ਭਵਿੱਖ ਸਿਰਜਣਾ ਚਾਹੁੰਦੇ ਨੇ, ਤਾਂ ਕੀ ਤੁਹਾਨੂੰ ਨਜ਼ਰ ਆਉਂਦਾ ਹੈ ਕਿ ਸਾਡੇ ਕੋਲ ਕਿਹੜੇ-ਕਿਹੜੇ ਉਹਨਾਂ ਵਾਸਤੇ ਮੌਕੇ ਮੌਜੂਦ ਨੇ ਕਿ ਉਹ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵਿੱਚ ਜੇ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਨੇ ਤਾਂ ਕਦੋਂ ਸ਼ੁਰੂਆਤ ਕਰਨੀ ਚਾਹੀਦੀ ਹੈ ਉਹਨਾਂ ਨੂੰ, ਕਦੋਂ ਕਰ ਸਕਦੇ ਨੇ ਤੇ ਕਿੱਥੇ-ਕਿੱਥੇ ਮੌਕੇ ਤੁਸੀਂ ਦੇਖਦੇ ਹੋ? ਜੀ ਸਰ, ਬਿਲਕੁਲ। ਅੱਜ ਕੱਲ ਜ਼ਮਾਨਾ ਟੈਕਨੋਲੋਜੀ ਦਾ ਜੀ, ਸਕਿੱਲ ਦਾ ਜ਼ਮਾਨਾ ਹੈ। ਗਵਰਨਮੈਂਟ ਆਫ ਇੰਡੀਆ, ਗਵਰਨਮੈਂਟ ਆਫ ਪੰਜਾਬ ਸਕਿੱਲ ਤੇ ਬਹੁਤ ਸਟ੍ਰੈਸ ਕਰਦੇ ਵੀ ਹਰ ਬੱਚੇ 'ਚ ਕੋਈ ਨਾ ਕੋਈ ਸਕਿੱਲ ਐਜੂਕੇਸ਼ਨ ਹੋਣੀ ਚਾਹੀਦੀ ਹੈ ਤਾਂ ਕਿ ਉਹ ਸੈਲਫ ਰਿਲਾਇੰਟ ਬਣੇ, ਇੰਡੀਪੈਂਡੈਂਟ ਬਣੇ। ਔਰ ਜਿਹੜੀ ਸਾਡੀ ਨਵੀਂ ਐਜੂਕੇਸ਼ਨ ਪਾਲਿਸੀ ਆਈ ਹੈ, ਨੈਸ਼ਨਲ ਐਜੂਕੇਸ਼ਨ ਪਾਲਿਸੀ, ਉਹਦੇ ਵਿੱਚ ਵੀ ਸਕਿੱਲ ਤੇ ਬਹੁਤ ਸਟ੍ਰੈਸ ਕੀਤਾ ਜਾਂਦਾ ਹੈ। ਆਰਟੀਫਿਸ਼ੀਅਲ ਇੰਟੈਲੀਜੈਂਸ ਤੁਸੀਂ ਐਜ਼ ਏ ਸਬਜੈਕਟ CBSE ਦੇ ਕਰਿਕੂਲਮ ਦੇ ਵਿੱਚ ਕਲਾਸ 6ਵੀਂ ਤੋਂ ਲੈ ਸਕਦੇ ਹੋ। ਅੱਛਾ, ਵਾਹ। ਕਲਾਸ 6ਵੀਂ 7ਵੀਂ 8ਵੀਂ 9ਵੀਂ 10ਵੀਂ, ਇਹ ਹੁਣ ਨਵੀਂ ਜਿਹੜੀ ਐਜੂਕੇਸ਼ਨ ਪਾਲਿਸੀ, ਨਵੀਂ ਐਜੂਕੇਸ਼ਨ ਪਾਲਿਸੀ। ਅੱਛਾ, 11th 10+1 10+2 ਇਹਦੇ ਵਿੱਚ ਲੈ ਸਕਦੇ ਹੋ। ਇਸ ਤੋਂ ਇਲਾਵਾ ਬਹੁਤ ਸਾਰੇ ਇੰਡੀਆ ਦੇ ਟੌਪ ਇੰਜੀਨੀਅਰਿੰਗ ਕਾਲਜਸ ਦੇ ਵਿੱਚ, ਟੌਪ ਯੂਨੀਵਰਸਿਟੀਜ਼ ਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਐਂਡ ਮਸ਼ੀਨ ਲਰਨਿੰਗ ਤੇ ਡਿਪਲੋਮਾ ਔਰ ਡਿਗਰੀਜ਼ ਵੀ ਸ਼ੁਰੂ ਹੋ ਚੁੱਕੇ। ਔਰ ਕਾਸ਼ ਕਿ ਕੋਈ ਇਦਾਂ ਦਾ ਸਵਿਚ ਹੁੰਦਾ ਜਿਹਦੇ ਨਾਲ ਮੈਂ ਫਿਰ ਤੋਂ ਬਚਪਨ ਦੇ ਵਿੱਚ ਜਾ ਕੇ ਸਕੂਲ 'ਚ ਐਡਮਿਸ਼ਨ ਲੈ ਸਕਦਾ। ਜੀ ਜੀ ਜੀ, ਤਾਂ ਕਿ ਮੈਂ ਵੀ 6ਵੀਂ ਤੋਂ ਸ਼ੁਰੂ ਕਰ ਦਿੰਦਾ ਦੁਬਾਰਾ। ਨਹੀਂ ਸਰ, ਇੱਦਾਂ ਹੈ, ਚਲੋ ਇਹ ਸਿਰਫ ਉਹਨਾਂ ਲਈ ਨਹੀਂ ਹੈ ਜਿਹੜੇ 6ਵੀਂ ਵਾਲੇ ਹੈ। ਜੇ ਕਿਸੇ ਬੱਚੇ ਨੇ +2 ਕੀਤੀ ਹੈ ਜੀ, ਉਹ ਉਸ ਤੋਂ ਬਾਅਦ ਉਹਦੇ ਵਿੱਚ ਇੰਜੀਨੀਅਰਿੰਗ ਦੇ ਵਿੱਚ ਆਪਣੀ ਬੀਟੈਕ ਕਰ ਸਕਦਾ, ਆਰਟੀਫਿਸ਼ੀਅਲ ਇੰਟੈਲੀਜੈਂਸ ਐਂਡ ਮਸ਼ੀਨ ਲਰਨਿੰਗ ਦੇ ਵਿੱਚ। ਅਗਰ ਤੁਸੀਂ ਫਿਰ ਵੀ ਮਿਸ ਕਰਤਾ, ਬਸ ਮਿਸ ਕਰਤੀ, ਤਾਂ ਬਹੁਤ ਸਾਰੇ ਆਨਲਾਈਨ ਕੋਰਸਿਸ ਅਵੇਲੇਬਲ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ, ਤਾਂ ਪੋਸਟ ਡਿਪਲੋਮਾਸ ਵੀ ਅਵੇਲੇਬਲ ਆਰਟੀਫਿਸ਼ੀਅਲ ਇੰਟੈਲੀਜੈਂਸ। ਮੀਨਿੰਗ ਦੇਅਰ ਬਾਏ ਹਰ ਲੈਵਲ ਤੇ ਸਟਾਰਟਿੰਗ, ਮੈਂ ਤਾਂ ਤੁਹਾਨੂੰ 6ਵੀਂ ਦੀ ਗੱਲ ਤਾਂ ਫੇਰ ਕਹਿ ਰਿਹਾ, ਗਵਰਨਮੈਂਟ ਨੇ ਤਾਂ ਸਲੋਲੀ ਕਲਾਸ 1 ਤੇ ਲੈ ਕੇ ਆਣਾ ਹੈ। ਅੱਛਾ, ਤੇ ਹਰ ਬੱਚਾ ਜਿਹੜਾ ਐਜੂਕੇਸ਼ਨ ਲੈ ਰਿਹਾ ਹੈ ਉਹ ਕਿਸੇ ਨਾ ਕਿਸੇ ਵੇ ਨਾਲ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ, ਜਾਂ ਅੱਜ ਦੀ ਡੇਟ ਦੇ ਵਿੱਚ ਜੋ ਲੇਟੈਸਟ ਸਕਿੱਲਸ ਹੈ, ਮੈਂ ਇਕੱਲੀ ਸਕਿੱਲ AI ਦੀ ਗੱਲ ਨਹੀਂ ਕਰ ਰਿਹਾ, ਕੋਡਿੰਗ ਸਕਿੱਲਸ ਵੀ ਆ ਗਈਆਂ। ਤੁਸੀਂ ਕੋਡਿੰਗ ਸਕਿੱਲ ਦੇ ਵਿੱਚ ਵੀ ਜਾ ਸਕਦੇ ਹੋ। ਤੁਹਾਡੇ ਕੋਲ ਬਹੁਤ ਆਪਸ਼ਨਸ ਹੈ ਹਰ ਸਟੇਜ ਤੇ, ਚਾਹੇ ਉਹ ਬੱਚਾ ਹੈ, ਚਾਹੇ ਉਹ ਵੱਡਾ ਹੈ, ਚਾਹੇ ਉਹ 30 ਇਅਰਸ ਦਾ ਬੰਦਾ ਹੈ, ਉਹ ਵੀ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਕੋਈ ਨਾ ਕੋਈ ਆਪਣੀ ਨੌਲੇਜ ਲੈ ਸਕਦਾ। ਯਾਨੀ ਕੋਈ ਉਹ ਲਿਮਿਟ ਨਹੀਂ ਹੈ, ਕੋਈ ਬੰਦਿਸ਼ ਨਹੀਂ ਹੈ ਕਿ ਤੁਸੀਂ ਬਚਪਨ ਤੋਂ ਨਹੀਂ ਪੜ੍ਹੇ ਤਾਂ ਤੁਸੀਂ ਅੱਗੇ ਨਹੀਂ ਜਾ ਸਕਦੇ, ਅੱਗੇ ਜਾ ਕੇ ਵੀ ਤੁਸੀਂ। ਬਿਲਕੁਲ ਸਰ, ਕੋਈ ਨੌਲੇਜ ਗੇਨ ਕਰਨ ਦੀ ਕੋਈ ਲਿਮਿਟ ਨਹੀਂ ਹੈ, ਕੋਈ ਏਜ ਨਹੀਂ ਹੈ, ਹਰ ਕਾਈਂਡ ਦੀ ਫੈਸਿਲਿਟੀ ਅਵੇਲੇਬਲ ਹੈ। ਜਸਟ ਤੁਹਾਡਾ ਇੰਟਰਸਟ ਹੋਣਾ ਚਾਹੀਦਾ ਹੈ, ਤੁਸੀਂ ਇਸ ਨੌਲੇਜ ਨੂੰ ਲੈ ਸਕਦੇ ਹੋ। ਹਾਂ, ਇੱਕ ਤੁਸੀਂ ਬੜੀ ਖੂਬਸੂਰਤ ਗੱਲ ਵਿੱਚੋਂ ਛੇੜੀ ਸੀ, ਨੈਚੁਰਲ ਲੈਂਗੁਏਜ। ਜੀ ਜੀ, ਇਹ ਕੀ ਚੀਜ਼ ਕਿੱਦਾਂ ਤੁਸੀਂ? ਸਰ, ਨੈਚੁਰਲ ਲੈਂਗੁਏਜ ਪ੍ਰੋਸੈਸਿੰਗ ਦੇ ਵਿੱਚ ਅਸੀਂ ਅੱਜ ਕੱਲ੍ਹ ਘਰਾਂ 'ਚ ਦੇਖਦੇ ਹਾਂ ਅਲੈਕਸਾ, ਜਿਸ ਤੋਂ ਥੋੜੀ ਦੇਰ ਪਹਿਲਾਂ ਤੁਸੀਂ ਗੱਲ ਕਰ ਰਹੇ ਸੀ ਨਾ, TV ਔਨ ਕਰੋ, ਅਸੀਂ ਕਹਿੰਦੇ ਅਲੈਕਸਾ TV ਔਨ ਕਰੋ, ਉਹ ਸਾਡੀ ਲੈਂਗੁਏਜ ਕਿੱਦਾਂ ਅੰਡਰਸਟੈਂਡ ਕਰ ਰਹੇ। ਅੱਛਾ, ਇਹਦੇ 'ਚ ਦੇਖੋ ਉਹ ਖੂਬਸੂਰਤ ਉਹਨਾਂ ਨੇ ਨਾ ਐਡਵਰਟਾਈਜ਼ਮੈਂਟਸ ਵੀ ਬਣਾਈਆਂ ਨੇ, ਮਸ਼ਹੂਰੀਆਂ ਵੀ ਬਣਾਈਆਂ ਨੇ ਵੀ ਦੋ ਬਜ਼ੁਰਗ ਮੀਆਂ ਬੀਬੀ ਨੇ ਆਪਸ 'ਚ ਲੜਾਈ ਹੋ ਗਈ ਹੈ ਤੇ ਉਹ ਬਜ਼ੁਰਗ ਜਿਹੜਾ ਉਹ ਕਹਿੰਦਾ ਅਲੈਕਸਾ ਆਹ ਵਾਲਾ ਗਾਣਾ ਲਾਈ ਜਰਾ। ਜੀ ਜੀ ਜੀ, ਤੇ ਉਹ ਅਲੈਕਸਾ ਉਹ ਗਾਣਾ ਲਾਉਂਦੀ ਤੇ ਉਹ ਮੂਡ ਠੀਕ ਹੋ ਜਾਂਦਾ। ਜੀ ਜੀ ਜੀ, ਇਹ ਆਰਟੀਫਿਸ਼ੀਅਲ, ਇਹ ਨੈਚੁਰਲ ਲੈਂਗੁਏਜ ਪ੍ਰੋਸੈਸਿੰਗ ਹੈ। ਅੱਛਾ, ਹਾਂ, ਤੁਹਾਡੀ ਲੈਂਗੁਏਜ ਨੂੰ, ਜੀ ਜੀ, ਇੱਕ ਲੈਂਗੁਏਜ ਨੂੰ ਲਰਨ ਕਰਨ ਨੂੰ ਬੱਚੇ ਨੂੰ ਬੜੇ ਸਾਲ ਲੱਗਦੇ। ਲੈਟਸ ਸਪੋਜ਼ ਮੇਰੀ ਪੰਜਾਬੀ ਲੈਂਗੁਏਜ ਹੈ, ਪੰਜਾਬੀ ਲੈਂਗੁਏਜ ਨੂੰ ਵੀ ਲਰਨ ਕਰਨ ਨੂੰ ਅਸੀਂ ਕਿਉਂਕਿ ਬਚਪਨ ਤੋਂ ਸੁਣੀ ਹੈ ਤੇ ਸਿੱਖ ਗਏ ਹਾਂ, ਉਸ ਨੂੰ ਵੀ, ਮਸ਼ੀਨ ਨੂੰ ਵੀ ਟਾਈਮ ਲੱਗਿਆ। ਕੋਈ ਵੀ ਲੈਂਗੁਏਜ ਹੋਵੇ, ਮਸ਼ੀਨ ਉਸ ਲੈਂਗੁਏਜ ਨੂੰ ਅੰਡਰਸਟੈਂਡ ਕਰਦੀ ਹੈ ਔਰ ਤੁਹਾਡੇ ਉਸ ਦੇ ਅਕੋਰਡਿੰਗਲੀ ਐਕਟ ਕਰਦੀ ਹੈ NLP ਦੇ ਵਿੱਚ। ਅੱਜ ਕੱਲ੍ਹ ਤਾਂ ਮੈਂ ਸੁਣਿਆ ਇੱਦਾਂ ਵੀ ਕਰਨ ਲੱਗ ਪਏ ਨੇ ਵੀ ਉਹ ਕਹਿੰਦੇ ਵੀ 3 ਕਿਲੋ ਜਿਹੜੇ ਨੇ ਖਰਬੂਜ਼ੇ ਜਿਹੜੇ ਨੇ ਉਹ 100 ਰੁਪਏ ਦੇ ਨੇ। ਜੀ ਜੀ ਜੀ, ਤੇ ਉਹ ਬੰਦਾ ਜਿਹੜਾ ਹੈ ਉਹਨੂੰ ਨਹੀਂ ਪੁੱਛਦਾ, ਉਹ ਆਪਣੇ ਉਹਦੇ ਤੇ ਮੋਬਾਈਲ ਦੇ ਉੱਤੇ ਉਹਨੂੰ ਪੁੱਛਦਾ ਹੈ ਕਿ ਜੇ 3 ਕਿਲੋ 100 ਦੇ ਨੇ ਤੇ 1 ਕਿਲੋ ਕਿੰਨੇ ਦਾ ਹੋਇਆ।
ਜੀ 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 ਤੇ ਬਿਲਕੁਲ ਉਹਦੇ ਹੈ ਚ ਜੀ। ਤੁਹਾਨੂੰ ਜਵਾਬ ਮਿਲ ਜਾਂਦਾ। ਬਿਲਕੁਲ ਸਰ ਬਿਲਕੁਲ, ਇਹ NLP ਦਾ ਐਡਵਾਂਟੇਜ ਹੈ। ਮੈਂ ਇੱਕ ਹੋਰ ਐਡਵਾਂਟੇਜ ਤੁਹਾਨੂੰ NLP ਦਾ ਦੱਸਦਾ, ਜਿਹੜੀ ਕਿ ਗਵਰਨਮੈਂਟਸ ਲਈ, ਆਮ ਪਬਲਿਕ ਲਈ ਬਹੁਤ ਵਧੀਆ ਹੈ। ਜੀ। ਇਹ ਨੈਚੁਰਲ ਲੈਂਗੁਏਜ ਪ੍ਰੋਸੈਸਿੰਗ ਦੇ ਵਿੱਚ ਨਾ ਅਸੀਂ ਫੇਸ ਰੈਕੋਗਨੀਸ਼ਨ ਵੀ ਕਰਦੇ। ਅੱਛਾ ਪੂਰੇ ਸਿਟੀਜ਼ਨਸ, ਜਿੰਨੇ ਵੀ ਸਿਟੀਜ਼ਨਸ ਹੈ, ਜੀ। ਆਧਾਰ ਬੇਸ ਨੈਟਵਰਕ ਬਣ ਚੁੱਕਾ ਹੈ, ਹੂੰ ਹਰੇਕ ਦਾ ਯੂਨੀਕ ਨੰਬਰ ਹੈ। ਹੂੰ ਤੁਹਾਡੀ ਜਿਹੜੀ ਆਈਰਿਸ ਦੀ ਵੀ ਉਹਨਾਂ ਨੇ ਸਕੈਨ ਕੀਤਾ ਹੈ, ਫਿੰਗਰਪ੍ਰਿੰਟਸ ਦਾ ਸਕੈਨ ਵੀ ਜੀ ਕੀਤਾ ਹੈ, ਜੀ ਤੁਹਾਡਾ ਫੇਸ ਦਾ ਸਕੈਨ ਵੀ ਕਰ ਰਹੇ ਹੈ। ਲੈਟ ਸਪੋਜ਼ ਕੋਈ ਵੀ ਕ੍ਰਿਮੀਨਲ ਕੋਈ ਕ੍ਰਾਈਮ ਕਰਕੇ ਨਿਕਲ ਜਾਂਦਾ ਹੈ, ਸਿਟੀਜ਼ ਦੇ ਵਿੱਚ CCTV ਕੈਮਰਾਸ ਲੱਗੇ ਹੈ, ਹਾਈਵੇ ਦੇ ਕੈਮਰਾਸ ਲੱਗੇ ਹੈ, ਉਹ ਕਾਰ ਨੂੰ ਨੰਬਰ ਪਲੇਟ ਤੋਂ ਵੀ ਰੈਕੋਗਨਾਈਜ਼ ਕਰਦੇ ਹੈ, ਕਾਰ ਦੀ ਨੰਬਰ ਪਲੇਟ ਵੀ ਰੈਕੋਗਨਾਈਜ਼ ਕਰ ਜਾਂਦੇ ਹੈ, ਉਹ ਫੇਸ ਵੀ ਰੈਕੋਗਨਾਈਜ਼ ਕਰਦੇ ਹੈ। ਜਿਹੜੇ ਬਹੁਤ ਡਿਵੈਲਪਿੰਗ ਕੰਟਰੀਜ਼ ਹੈ, ਉਹ ਕ੍ਰਿਮੀਨਲਸ ਨੂੰ ਇੱਦਾਂ ਹੀ ਪਕੜਦੇ ਹੈ, ਉਹਨਾਂ ਦੇ ਕੋਲ ਉਹ ਰੈਕੋਗਨਾਈਜ਼ਿੰਗ ਟੂਲਸ ਅਵੇਲੇਬਲ ਹੈ, ਉਹ ਸਾਰੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਦੈਟ, ਕਿਉਂਕਿ ਉਹ ਆਪਣੇ ਡਾਟਾਬੇਸ ਨੂੰ ਅਪਡੇਟ ਕਰੀ ਜਾਂਦੇ ਹੈ। ਕਿਸੇ ਵੀ ਸਕੈਨ ਦੇ ਵਿੱਚ ਉਹ ਆ ਗਿਆ, ਉਸੇ ਟਾਈਮ ਤੇ ਉਹ ਬੰਦਾ ਪਕੜਿਆ ਜਾ ਸਕਦਾ ਹੈ। ਲਾਅ ਐਂਡ ਆਰਡਰ, ਆਰਮ ਸਿਕਿਉਰਿਟੀ ਉਹਦੇ ਲਈ ਬਹੁਤ ਬੈਨੀਫੀਸ਼ੀਅਲ ਹੈ। ਹਾਂ ਮਤਲਬ ਕੋਈ ਜਿੱਦਾਂ ਉਹ ਪੁਰਾਣੀ ਫਿਲਮ 'ਚ ਹੁੰਦਾ ਸੀ ਨਾ ਵੀ ਉਹ ਕੁੰਭ ਦੇ ਮੇਲੇ 'ਚ ਗਏ ਤੇ ਬੱਚੇ ਗਵਾਚ ਗਏ, ਨਹੀਂ ਤੇ ਹੁਣ ਉਹ ਨਹੀਂ ਹੈਗਾ। ਨਹੀਂ, ਹੁਣ ਉਹ ਨਹੀਂ ਹੈ। ਹੁਣ ਤਾਂ ਦੇਖੋ ਸਰ, ਜੇ ਬੱਚੇ ਕੋ ਗਵਾਚਿਆ ਵੀ ਹੋਵੇ, ਉਹ ਤਾਂ ਚਲੋ ਆਧਾਰ ਦੇ ਨਾਲ ਹੀ ਪਤਾ ਲੱਗ ਸਕਦਾ, ਉਹਦੀ ਆਇਡੈਂਟੀਟੀ ਪਤਾ ਲੱਗ ਸਕਦੀ ਹੈ। ਬਟ ਅਗਰ ਜਦੋਂ ਇਹ ਟੂਲਸ ਇੰਡੀਆ ਦੇ ਵਿੱਚ ਵੀ ਬਹੁਤ ਐਡਵਾਂਸ ਹੋ ਜਾਊਗੇ, ਉਦੋਂ ਅਸੀਂ ਹਰ ਇੱਕ ਦੀ ਆਇਡੈਂਟੀਟੀ ਪਤਾ ਕਰਨਾ ਕੋਈ ਬਹੁਤ ਮੁਸ਼ਕਿਲ ਕੰਮ ਨਹੀਂ ਹੈ। ਹਾਂ ਲੇਕਿਨ ਸਿਕਿਉਰਿਟੀ ਮਸਟ ਹੈ। ਇਸ ਡਾਟਾਬੇਸ ਨੂੰ ਸਿਕਿਉਰ ਕਰਨਾ ਮਸਟ ਹੈ। ਉਹਨਾਂ ਏਜੰਸੀਜ਼ ਲਈ ਵੀ, ਜਿਨ੍ਹਾਂ ਦੇ ਕੋਲ ਐਡਾ ਵੱਡਾ ਡਾਟਾਬੇਸ ਹੈ, ਉਹ ਵੀ ਇਹ ਕਈ ਲੈਵਲ ਦੀ ਸਿਕਿਉਰਿਟੀ ਰੱਖਦੇ ਹੈ ਵੀ ਇਹ ਡਾਟਾਬੇਸ ਕਿਸੇ ਕਾਇੰਡ ਦਾ ਲੀਕ ਨਹੀਂ ਹੋਣਾ ਚਾਹੀਦਾ। ਇੱਥੇ ਆਪਾਂ ਆ ਜਾਂਦੇ ਵੀ ਜਦੋਂ ਅਸੀਂ ਕਹਿੰਦੇ ਵੀ ਐਥਿਕਸ, ਕਿਸੇ ਚੀਜ਼ ਨੂੰ ਕਰਨ ਦਾ ਐਥਿਕਸ, ਕੋਈ ਜਿਹੜੇ ਡੂਜ਼ ਐਂਡ ਡੋਂਟਸ ਜਿਹਨੂੰ ਅਸੀਂ ਕਹਿੰਦੇ ਵੀ ਕਰਨਾ ਤੇ ਇਹ ਨਹੀਂ ਕਰਨਾ, ਇਹ ਹੋਣਾ ਚਾਹੀਦਾ। ਕੀ ਇਹਦੇ ਤੇ ਵੀ ਲਾਗੂ ਹੁੰਦਾ ਹੈ? ਯੈਸ ਜੀ, ਲਾਗੂ ਹੁੰਦਾ ਹੈ, ਹੋਣਾ ਵੀ ਚਾਹੀਦਾ ਹੈ। ਐਥਿਕਸ ਜੇ ਹਿਊਮਨ ਬੀਇੰਗ ਲਈ ਹੈ, ਅਸੀਂ ਆਪਣੇ ਲਈ ਨੋਰਮਸ ਰੱਖਦੇ ਹਾਂ, ਤੇ ਮਸ਼ੀਨ ਦੇ ਵੀ ਨੋਰਮਸ ਹੈ, ਮਸ਼ੀਨ ਦੇ ਵੀ ਐਥਿਕਸ ਹੈ। ਤੁਸੀਂ ਥੋੜੀ ਦੇਰ ਪਹਿਲਾਂ ਮੇਰੇ ਨਾਲ ਡਰਾਈਵਰਲੈਸ ਕਾਰ ਦੀ ਗੱਲ ਕੀਤੀ ਜੀ। ਡਰਾਈਵਰਲੈਸ ਕਾਰ ਰੋਡ ਤੇ ਡਰਾਈਵ ਕਰ ਰਹੀ ਹੈ, ਦੇਖੋ ਉਸ ਨੂੰ ਹਰ ਆਪਸ਼ਨਸ ਫੀਡ ਕੀਤੀ ਜਾਂਦੀ ਹੈ, ਲੇਕਿਨ ਰੱਬ ਨਾ ਕਰੇ ਡਿਊ ਟੂ ਵਨ ਔਰ ਅਦਰ ਰੀਜ਼ਨ ਉਹ ਕਾਰ ਦਾ ਕੋਈ ਇੱਕ ਬੰਦਾ ਸਾਈਕਲ ਲੈ ਕੇ ਉਹਦੇ ਅੱਗੇ ਆ ਜਾਂਦਾ। ਠੀਕ ਹੈ ਜੀ। ਹੁਣ ਜਾਂ ਤਾਂ ਉਸ ਕੋ ਅਲਟਰਨੇਟਿਵ ਹੈ ਉਹ ਸਾਈਕਲ ਨਾਲ ਟਕਰਾਏ, ਜਾਂ ਉਸ ਨੂੰ ਅਲਟਰਨੇਟਿਵ ਹੈ ਦੂਸਰੇ ਸਾਈਡ ਤੇ ਕੰਧ ਹੈਗੀ, ਉਹ ਕੰਧ ਤੇ ਜਾ ਕੇ ਲੱਗ ਜਾਏ। ਤੁਸੀਂ ਇਸ ਨੂੰ ਮਸ਼ੀਨ ਨੂੰ ਫੀਡ ਕੀਤਾ ਹੋਣਾ ਚਾਹੀਦਾ ਹੈ ਦੈਟ ਹਿਊਮਨ ਲਾਈਫ ਬਚਾਣੀ ਜ਼ਿਆਦਾ ਜ਼ਰੂਰੀ ਹੈ, ਕਾਰ ਨੂੰ ਕੰਚ ਮਾਰਦੇ। ਅਸੀਂ ਵੀ ਇਹੀ ਕਰਦੇ ਹਾਂ। ਮੰਨ ਲਓ ਕੋਈ ਵੀ ਕਿਸੇ ਟਾਈਮ, ਇਹ ਐਥਿਕਸ ਨੇ, ਇਹ ਐਥਿਕਸ ਹੈ। ਠੀਕ ਹੈ। ਇੱਦਾਂ ਦੇ ਡਿਸੀਜ਼ਨ ਜਿਹੜੇ ਹੈ, ਮੈਂ ਸ਼ੁਰੂ 'ਚ ਇਹੀ ਕਿਹਾ ਸੀਗਾ, ਡਿਸੀਜ਼ਨ ਮੇਕਿੰਗ ਕੈਪੇਬਿਲਿਟੀ ਮਸ਼ੀਨ ਨੂੰ ਦੇਣੀ ਹੈ, ਉਹ ਮਸ਼ੀਨ ਨੂੰ ਦਿੰਦੇ ਹੈ। ਉਸ ਤੋਂ ਬਾਅਦ ਲੈਟ ਸਪੋਜ਼ ਉਹਨੇ ਮਸ਼ੀਨ ਇਹ ਚੀਜ਼ ਰਿਜ਼ੋਲਵ ਕਰ ਲਈ, ਫਿਰ ਵੀ ਨਾ ਕਰਦੇ ਹੋਏ ਵੀ, ਮੈਂ ਤਾਂ ਕੁਝ ਆਮ ਤੌਰ ਤੇ ਪੋਸੀਬਿਲਿਟੀ ਨਹੀਂ ਹੈ ਉਸ ਐਕਸੀਡੈਂਟ ਦੀ, ਲੇਕਿਨ ਰੱਬ ਨਾ ਕਰੇ ਅਗਰ ਉਹ ਐਕਸੀਡੈਂਟ ਹੋ ਜਾਂਦਾ ਹੈ ਤਾਂ ਕੌਣ ਰਿਸਪੌਂਸਿਬਲ ਹੈ? ਜਿਹੜਾ ਬੰਦਾ ਕਾਰ ਦੇ ਵਿੱਚ ਪਿੱਛੇ ਬੈਠਾ? ਨਹੀਂ, ਉਹ ਬੰਦਾ ਰਿਸਪੌਂਸਿਬਲ ਨਹੀਂ ਹੈ। ਉਹਨੇ ਤਾਂ ਕਾਰ ਪਰਚੇਸ ਕੀਤੀ ਹੋਈ ਹੈ, ਉਹਨੇ ਤਾਂ ਕੰਪਨੀ ਨੂੰ ਪੈਸਾ ਦਿੱਤਾ ਹੈ। ਰਿਸਪੌਂਸਿਬਲ ਹੈ ਟੈਕਨੋਲੋਜੀ। ਦੇਖੋ ਕੋਈ ਵੀ ਐਕਸੀਡੈਂਟਸ ਹੁੰਦੇ ਹੈ, ਕੋਰਟ ਕੇਸ ਰਜਿਸਟਰ, ਪੁਲਿਸ ਕੇਸ ਰਜਿਸਟਰ ਹੁੰਦਾ ਹੈ, ਮਾਮਲਾ ਕੋਰਟ ਵਿੱਚ ਜਾਂਦਾ ਹੈ, ਤੇ ਇਹ ਰਿਸਪੌਂਸਿਬਲ ਹੈ ਡਿਵੈਲਪਰ, ਜਿਹਨੇ ਉਹ ਕਾਰ ਬਣਾਈ ਹੈ, ਜਿਹਨੇ ਉਹਦਾ ਸੌਫਟਵੇਅਰ ਬਣਾਇਆ, ਜਿਹਨੇ ਉਹਦੀ ਕੋਡਿੰਗ ਕੀਤੀ ਹੈ। ਸੋ ਆਰਟੀਫਿਸ਼ੀਅਲ ਇੰਟੈਲੀਜੈਂਸ ਮਸ਼ੀਨਸ ਬਣ ਜ਼ਰੂਰ ਰਹੀ ਹੈ, ਲੇਕਿਨ ਉਹਨਾਂ ਮਸ਼ੀਨਸ ਨੂੰ, ਉਹਨਾਂ ਨੂੰ ਵੀ ਐਥਿਕਸ, ਰੂਲਸ, ਨੋਰਮਸ, ਹਿਊਮਨ ਵੈਲਿਊਜ਼ ਟੀਚ ਕਰਨੀਆਂ ਪੈਂਦੀਆਂ। ਅੱਜ ਬੜੀ ਖੂਬਸੂਰਤ ਜਾਣਕਾਰੀ ਤੁਸੀਂ ਦਿੱਤੀ ਹੈ ਸਾਡੇ ਨਾਲ ਸਾਂਝੀ ਕੀਤੀ, ਸਾਡੇ ਦਰਸ਼ਕਾਂ ਨਾਲ। ਬੜੀਆਂ ਸਾਰੀਆਂ ਗੱਲਾਂ ਸ਼ਾਇਦ ਸਾਨੂੰ ਵੀ ਨਹੀਂ ਪਤਾ ਸੀ, ਜਿਹੜੀਆਂ ਕਿ ਤੁਸੀਂ ਅੱਜ ਦੱਸੀਆਂ ਨੇ ਵੀ ਇੱਦਾਂ ਵੀ ਹੁੰਦਾ ਹੈ। ਭਵਿੱਖ, ਫਿਊਚਰ, ਜਿਹਦੇ ਬਾਰੇ ਹਰ ਬੰਦਾ ਜਾਣਨਾ ਚਾਹੁੰਦਾ ਹੈ, ਜੋਤੀਆਂ ਕੋਲ ਵੀ ਜਾਂਦਾ ਵੀ ਮੇਰਾ ਦੱਸੀ ਕੀ ਹੈ। ਤੁਸੀਂ ਦੱਸੋ ਵੀ ਸਾਡੇ ਕੋਲ ਆਰਟੀਫਿਸ਼ੀਅਲ ਇੰਟੈਲੀਜੈਂਸ ਜਿਹੜੀ ਹੈ, ਇਹਦਾ ਭਵਿੱਖ ਕੀ ਹੈ? ਦੇਖੋ ਸਰ, ਆਰਟੀਫਿਸ਼ੀਅਲ ਇੰਟੈਲੀਜੈਂਸ ਗਰੋਇੰਗ ਸਟੇਜ 'ਚ ਹੈ। ਮੈਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ ਮਸ਼ੀਨ ਲਰਨਿੰਗ ਵੀ ਕਹੂੰਗਾ। ਮਸ਼ੀਨ ਲਰਨਿੰਗ ਨੌਲੇਜ ਜਿੱਦਾਂ ਮਿਲਦੀ ਜਾਊਗੀ, ਕੰਪਿਊਟਰ ਨੇ, ਮਸ਼ੀਨ ਨੇ, ਰੋਬੋਟ ਨੇ ਇੰਟੈਲੀਜੈਂਟ ਬਣੀ ਜਾਣਾ। ਆਉਣ ਵਾਲਾ ਟਾਈਮ ਆਟੋਮੇਸ਼ਨ ਦਾ ਟਾਈਮ ਹੈ। ਇੰਡੀਆ ਦੇ ਵਿੱਚ ਬਹੁਤ ਸਕੋਪ ਹੈ ਇਸ ਆਟੋਮੇਸ਼ਨ ਦਾ। ਐਵਰੀਥਿੰਗ ਇਨ ਐਂਡ ਅਰਾਊਂਡ ਅਸ ਜਿਹੜੀ ਹੈਗੀ ਹੈ, ਅਗਰ ਮੈਂ 90s ਦੀ ਗੱਲ ਕਰਾਂ ਤਾਂ 2023 ਦੀ ਗੱਲ ਕਰਾਂ, ਇਹਨਾਂ 'ਚ ਬਹੁਤ ਜ਼ਿਆਦਾ ਫਰਕ ਆ ਚੁੱਕਾ ਹੈ, ਬਹੁਤ ਜ਼ਿਆਦਾ ਫਰਕ ਆ ਚੁੱਕਾ ਹੈ।
ਅਸੀਂ ਉਸ ਜਨਰੇਸ਼ਨ ਤੋਂ ਆ ਜਿੰਨੇ ਸਾਰਾ ਫਰਕ ਦੇਖਿਆ ਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਇਸ ਨੂੰ ਹੀ ਬੇਸ ਲੈ ਕੇ, ਅੱਜ ਮੈਂ ਕਹਾਂ ਹੁਣ ਨੂੰ ਹੀ ਬੇਸ ਲੈ ਕੇ ਅੱਜ ਤੋਂ 10 ਔਰ 15 ਸਾਲ ਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਮੈਜੋਰਿਟੀ ਆਫ ਸਾਡੇ ਜਿਹੜੇ ਕੰਮ ਹੈ ਉਹ ਆਟੋਮੇਟ ਹੋ ਜਾਣੇ। ਲੇਕਿਨ ਇਹਦਾ ਦੂਸਰਾ ਪਹਿਲੂ ਇਹ ਵੀ ਹੈ ਦੈਟ ਇਸ ਨੂੰ ਇੰਨਾ ਕੁ ਰੈਸ਼ਨਲ ਆਟੋਮੇਟ ਕਰਨਾ ਹੈ ਦੈਟ ਸਾਡੀ ਹਿਊਮਨ ਜੌਬਸ ਵੀ ਸੇਫ ਰਹਿਣ। ਨੋ ਡਾਊਟ ਜੌਬ ਸਿਨੈਰੀਓ ਚੇਂਜ ਹੁੰਦਾ ਹੈ। 90s ਜਦੋਂ ਕੰਪਿਊਟਰ ਆਇਆ ਸੀ ਅਸੀਂ ਇਹ ਕਹਿੰਦੇ ਸੀ ਕੰਪਿਊਟਰ ਨੇ ਸਾਰੀਆਂ ਜੌਬਸ ਲੈ ਜਾਣੀਆਂ, ਲੇਕਿਨ ਨਵੀਆਂ ਜੌਬਸ ਵੀ ਤਾਂ ਡਰਾਈਵ ਹੋ ਗਈਆਂ। ਅੱਜ ਇੰਡੀਆ ਆਈਟੀ ਦੇ ਵਿੱਚ ਇੱਕ ਬਹੁਤ ਵੱਡੀ ਸੁਪਰ ਪਾਵਰ ਬਣਿਆ। ਜੇ ਅਗਰ ਇੰਡੀਆ ਦੇ ਵਿੱਚ ਉਹ ਕੰਪਿਊਟਰਸ ਉਦੋਂ ਨਾ ਆਏ ਹੁੰਦੇ ਤਾਂ ਇੰਡੀਆ 'ਚ ਸੁਪਰ ਪਾਵਰ ਨਾ ਹੁੰਦਾ। ਸੋ ਇਹਦੇ ਨਾਲ ਰਿਲੇਟਿਡ ਜੌਬਸ ਵੀ ਆਉਂਦੀਆਂ, ਇਹਦੇ ਨਾਲ ਰਿਲੇਟਿਡ ਕਈ ਤਰ੍ਹਾਂ ਦੀ ਓਪਰਚੁਨਿਟੀਜ਼ ਵੀ ਆਉਂਦੀਆਂ, ਬਿਜ਼ਨਸ ਓਪਰਚੁਨਿਟੀਜ਼ ਵੀ ਆਉਂਦੀਆਂ। ਯਾਨੀ ਜਿਹਨੂੰ ਅਸੀਂ ਕਹਿ ਲਈਏ ਵੀ ਤਲਵਾਰ ਦੀ ਧਾਰ ਹੈ, ਉਹਦੇ ਉੱਤੇ ਬੜੇ ਬੈਲੈਂਸ ਹੋ ਕੇ ਚੱਲਣ ਦੀ ਜ਼ਰੂਰਤ ਹੈ। ਬਿਲਕੁਲ ਜੀ, ਬਿਲਕੁਲ। ਇਹਦਾ ਇਸਤੇਮਾਲ ਵੀ ਕਰੋ, ਪਰ ਜੇ ਅਸੀਂ ਸਾਡੀ ਭਾਸ਼ਾ 'ਚ ਕਹਿੰਦੇ ਵੀ ਅੱਤ ਖੁਦਾ ਦਾ ਵੈਰ, ਜੀ, ਵੀ ਬਿਲਕੁਲ। ਇੰਨਾ ਵੀ ਨਾ ਉਹਦਾ ਇਸਤੇਮਾਲ ਕਰੋ ਕਿ ਤੁਸੀਂ ਆਪਣੇ ਭੁੱਲ ਜਾਓ। ਹਾਂਜੀ ਬਿਲਕੁਲ, ਬੈਲੈਂਸ ਹੋ ਕੇ ਚੱਲਣਾ ਬਹੁਤ ਜ਼ਰੂਰੀ ਹੈ ਜੀ। ਤੁਸੀਂ ਬੜੀਆਂ ਖੂਬਸੂਰਤ ਗੱਲਾਂ ਕੀਤੀਆਂ ਸਾਡੇ ਨਾਲ। दानिश्वर लोग ना कुछ इदां दा भी कहते हैं कि इस दौरे तरक्की के दस्तूर निराले हैं, जी 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 जहनों में अंधेरे हैं, सड़कों पे उजाले हैं। तो टैक्नोलॉजी सानू किस पासे लैके जा रही, साडे उत्ते भी मैसर करदा भी ਅਸੀਂ ਉਹਨੂੰ ਇਸਤੇਮਾਲ ਕਿਵੇਂ ਕਰ ਰਹੇ ਹਾਂ। ਆਉਣ ਵਾਲੇ ਸਮੇਂ 'ਚ ਦਰਸ਼ਕੋ, ਜਿੱਦਾਂ ਅਸੀਂ ਡਾਕਟਰ ਸਾਹਿਬ ਨੂੰ ਲੈ ਕੇ ਆਏ ਹਾਂ, ਅੱਜ ਅਸੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਬਾਰੇ ਗੱਲ ਕੀਤੀ, ਹੋ ਸਕਦਾ ਕਿ ਕੱਲ੍ਹ ਨੂੰ ਅਸੀਂ ਨੈਨੋ ਟੈਕਨੋਲੋਜੀ ਦੇ ਬਾਰੇ ਵੀ ਗੱਲ ਕਰੀਏ, ਜੈਨੇਟਿਕਸ ਦੇ ਬਾਰੇ ਵੀ ਗੱਲ ਕਰੀਏ, ਔਰ ਕਰਦੇ ਹਾਂ। ਉਮੀਦ ਕਰਦੇ ਹਾਂ ਕਿ ਤੁਸੀਂ ਸਾਨੂੰ ਐਵੇਂ ਹੀ ਹੁੰਗਾਰਾ ਦਿੰਦੇ ਰਹੋਗੇ। ਔਰ ਡਾਕਟਰ ਸਾਹਿਬ, ਤੁਸੀਂ ਅੱਜ ਸਾਡੇ ਸਟੂਡੀਓ 'ਚ ਆਏ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਸਰ। ਔਰ ਸਾਡੇ ਦਰਸ਼ਕਾਂ ਨਾਲ ਜਾਣਕਾਰੀ ਸਾਂਝੀ ਕੀਤੀ, ਇੱਕ ਵਾਰੀ ਫੇਰ ਤੁਹਾਡਾ ਧੰਨਵਾਦ, ਬਹੁਤ ਬਹੁਤ ਧੰਨਵਾਦ। ਥੈਂਕ ਯੂ ਸਰ, ਥੈਂਕ ਯੂ ਵੈਰੀ ਸ਼ੁਕਰੀਆ। पंजाबी ओए 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 मेरी जुत्ती पंजाबी ओए ओए पाया सूट गुलाबी ओए 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 हो मेरी जुत्ती पंजाबी ओए 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 पाया सूट गुलाबी ओए ओए नशे वांगू चढ़दी जावे हो अख मेरी लड़दी जावे नशे वांगू चढ़दी ओ अख मेरी लड़दी वेख के अख शराबी ओए होए होए मेरी जुत्ती पंजाबी ओए होए होए पाया सूट गुलाबी ओए होए होए मेरी जुत्ती पंजाबी ओए ओए होए होए ओए होए ओ फरदी चोबरां दे सीने ठहरदी तक लावे कुड़ी जिन्नू अख भर के ओ फिरदी चोबरां दे सीने ठारदी तक लावे कुड़ी जिन्नू अख भर के ओ गभरू ना किते तेरी जोड़ी बन जाए वेखूगा नी पिंड सारा खड़ खड़ के दिलां उत्ते नचदी जावे लाट वांगू मचदी जावे दिलां उत्ते नचदी लाट वांगू मचदी तुरे जद तोर नवाबी ओए होए होए मेरी जुत्ती पंजाबी ओए होए होए पाया सूट गुलाबी ओए होए होए मेरी जुत्ती पंजाबी ओए ओ बारी बरसी खटन गया सी खट लिया रंग काला बारी बरसी खटन गया सी खट लिया रंग काला बरंडा नू भी मात पाउंदा आ बरंडा नू भी मात पाउंदा आ तेरा सोहणिया सूट पटियाला बरंडा नू भी मात पाउंदा आ तेरा सोहणिया सूट पटियाला ਡਿਮਾਂਡਾਂ ਵੱਲੋਂ ਸਭ ਪੂਰੀਆਂ ਇੱਕ ਵਾਰੀ ਗੱਭਰੂ ਨੂੰ ਹਾਮੀ ਭਰਦੇ